ਪਿਆਰੇ ਵਿਦਿਆਰਥੀਓ, ਅੱਜ ਅਸੀਂ 9ਵੀਂ ਜਮਾਤ ਦਾ ਨਾਗਰਿਕ ਸ਼ਾਸਤਰ ਦਾ ਪਾਠ ਨੰਬਰ 9 ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ, ਇਸ ਦਾ ਅਭਿਆਸ ਭਾਵ ਇਸ ਦੀ ਐਕਸਰਸਾਈਜ਼ ਕਰਾਂਗੇ। ਐਕਸਰਸਾਈਜ਼ ਕਰਨ ਤੋਂ ਪਹਿਲਾਂ, ਅਭਿਆਸ ਕਰਨ ਤੋਂ ਪਹਿਲਾਂ, ਪ੍ਰਸ਼ਨ ਉੱਤਰ ਕਰਨ ਤੋਂ ਪਹਿਲਾਂ ਅਸੀਂ ਇੱਕ ਵਾਰ ਇਹਦੇ 'ਤੇ ਝਾਤ ਮਾਰਾਂਗੇ ਕਿ ਅਸੀਂ ਪਹਿਲੇ ਦੋ ਜਿਹੜੇ ਸਾਡੇ ਪਾਰਟ ਸੀਗੇ ਉਹਨਾਂ ਦੋਨੇ ਪਾਰਟਸ ਦੇ ਵਿੱਚ ਅਸੀਂ ਕੀ ਪੜ੍ਹਿਆ ਸੀਗਾ। ਵਰਤਮਾਨ ਲੋਕਤੰਤਰ ਦੇ ਇਤਿਹਾਸ, ਵਿਕਾਸ ਅਤੇ ਵਿਸਥਾਰ ਦੇ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਵਿਸ਼ਵ ਵਿੱਚ ਕਈ ਪ੍ਰਕਾਰ ਦੀਆਂ ਸ਼ਾਸਨ ਪ੍ਰਣਾਲੀਆਂ ਪ੍ਰਚਲਿਤ ਹੋਈਆਂ, ਜਿਨ੍ਹਾਂ ਵਿੱਚ ਰਾਜਤੰਤਰ, ਸੱਤਾਵਾਦੀ, ਸਰਵ ਸੱਤਾਵਾਦੀ, ਤਾਨਾਸ਼ਾਹੀ ਅਤੇ ਸੈਨਿਕ ਤਾਨਾਸ਼ਾਹੀ ਪ੍ਰਮੁੱਖ ਸਨ। ਪਰੰਤੂ ਅਜੋਕੇ ਯੁੱਗ ਦੇ ਵਿੱਚ, ਜਿਹੜਾ ਹੁਣ ਯੁੱਗ ਚੱਲ ਰਿਹਾ, ਇਸ ਦੇ ਵਿੱਚ ਲੋਕਤੰਤਰ ਦਾ ਇਸ ਨੂੰ ਯੁੱਗ ਮੰਨਿਆ ਜਾਂਦਾ। ਦੁਨੀਆ ਭਰ ਦੇ ਬਹੁਗਿਣਤੀ ਦੇਸ਼ ਜਿਹੜੇ ਹੈਗੇ, ਇਹਨਾਂ ਵਿੱਚ ਲੋਕਤੰਤਰ ਨੂੰ ਇਹਨਾਂ ਨੇ ਅਪਣਾਇਆ। ਲੋਕਤੰਤਰਤਾ ਸ਼ਾਸਨ ਪ੍ਰਣਾਲੀ ਅੱਜ ਦੇ ਯੁੱਗ ਵਿੱਚ ਬਹੁਤ ਹੀ ਹਰਮਨ ਪਿਆਰੀ ਹੋ ਚੁੱਕੀ ਹੈ। ਜਿਨ੍ਹਾਂ ਦੇਸ਼ਾਂ ਵਿੱਚ ਲੋਕਤੰਤਰਤਾ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ ਗਿਆ, ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਆਪਣੇ ਆਪ ਨੂੰ ਲੋਕਤੰਤਰੀ ਕਹਾਉਣ ਦਾ ਦਾਅਵਾ ਕਰਦੀਆਂ ਹਨ। ਜਿਵੇਂ ਰੂਸ ਅਤੇ ਚੀਨ ਜਿਹੜੇ ਹੈਗੇ ਸਾਮਵਾਦੀ ਦਲ, ਇਹਨਾਂ ਦੇ ਵਿੱਚ ਸਾਮਵਾਦੀ ਦਲ ਦੀ ਤਾਨਾਸ਼ਾਹੀ ਹੈ। ਹਰ 5 ਸਾਲ ਬਾਅਦ ਸਾਮਵਾਦੀ ਦਲ ਦੀ ਹੀ ਸਰਕਾਰ ਬਣਦੀ ਹੈ। ਇਹਨਾਂ ਦੇਸ਼ਾਂ ਵਿੱਚ ਵਿਰੋਧੀ ਪਾਰਟੀ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਫਿਰ ਵੀ ਇਹ ਦੇਸ਼ ਲੋਕਤੰਤਰੀ ਕਹਾਉਣ ਦਾ ਦਾਅਵਾ ਕਰਦੇ ਨੇ, ਜਦੋਂ ਕਿ ਵਿਰੋਧੀ ਦਲ ਦਾ ਹੋਣਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਦਾ ਮੁੱਖ ਜਿਹੜਾ ਹੈਗਾ ਲੱਛਣ ਹੈ। ਦੂਜੇ ਮਹਾਂਯੁੱਧ ਤੋਂ ਬਾਅਦ ਆਜ਼ਾਦ ਹੋਏ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਨੇ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਇਆ ਸੀਗਾ। ਅਮਰੀਕਨ ਲੋਕਤੰਤਰ ਨੂੰ ਹੋਰ ਸਾਰੀਆਂ ਸ਼ਾਸਨ ਪ੍ਰਣਾਲੀਆਂ ਜਿਵੇਂ ਕਿ ਕਮਿਊਨਿਜ਼ਮ ਸੀਗਾ, ਫਾਸੀਵਾਦ ਸੀਗੇ, ਸੱਤਾਵਾਦੀ ਸੀਗੇ ਅਤੇ ਤਾਨਾਸ਼ਾਹੀ ਤੋਂ ਉੱਤਮ ਮੰਨਦੇ ਸਨ। ਅਸੀਂ ਲੋਕਤੰਤਰ ਦੇ ਇਤਿਹਾਸ 'ਚ ਪੜ੍ਹਿਆ ਸੀਗਾ ਕਿ ਯੂਨਾਨ ਅਤੇ ਰੋਮਨ ਦਾ ਪ੍ਰਾਚੀਨ ਕਾਲ ਜਿਹੜਾ ਵਿਸ਼ਵ ਦੇ ਵਿੱਚ ਲੋਕਤੰਤਰ ਦਾ ਆਰੰਭ ਯੂਨਾਨ ਅਤੇ ਰੋਮਨ ਗਣਰਾਜਾਂ ਤੋਂ ਹੋਇਆ ਸੀ। ਪ੍ਰਾਚੀਨ ਯੂਨਾਨ ਦੇ ਨਗਰ ਰਾਜਾਂ ਵਿੱਚ ਸਿੱਧਾ ਜਾਂ ਪ੍ਰਤੱਖ ਲੋਕਤੰਤਰ ਪ੍ਰਚਲਿਤ ਸੀ। ਇਹਨਾਂ ਰਾਜਾਂ ਦੀ ਆਬਾਦੀ ਬਹੁਤ ਘੱਟ ਹੁੰਦੀ ਸੀ। ਰਾਜ ਦੇ ਨਾਗਰਿਕ ਸਿੱਧੇ ਤੌਰ 'ਤੇ ਪ੍ਰਸ਼ਾਸਨਿਕ ਨੀਤੀਗਤ ਫੈਸਲੇ ਲੈਂਦੇ ਸਨ। ਆਪਣੇ ਰਾਜ ਦੀਆਂ ਜਿਹੜੀਆਂ ਸਮਾਜਿਕ ਅਤੇ ਆਰਥਿਕ ਰਾਜਨੀਤਿਕ ਸਮੱਸਿਆਵਾਂ ਹੱਲ ਕਰਨ ਲਈ ਹਰੇਕ ਨਾਗਰਿਕ ਜਿਹੜਾ ਹੈਗਾ ਉਹਨੂੰ ਕਾਨੂੰਨ ਬਣਾਉਣ, ਸਰਵਜਨਕ ਨੀਤੀਆਂ ਦਾ ਨਿਰਣਾ ਕਰਨ, ਰਾਜ ਦਾ ਵਾਰਸ਼ਿਕ ਬਜਟ ਪਾਸ ਕਰਨ ਦੇ ਵਿੱਚ ਸਿੱਧੇ ਤੌਰ 'ਤੇ ਭਾਗ ਉਹ ਜਿਹੜਾ ਨਾਗਰਿਕ ਸੀਗਾ ਲੈ ਸਕਦਾ ਸੀ। ਪਰ ਇਹ ਲੋਕਤੰਤਰ ਸੀਮਿਤ ਲੋਕਤੰਤਰ ਸੀ, ਕਿਉਂਕਿ ਇਹਨਾਂ ਨਗਰ ਰਾਜਾਂ ਵਿੱਚ ਸਮਾਜ ਦਾ ਇੱਕ ਬਹੁਤ ਵੱਡਾ ਭਾਗ ਜਿਹੜਾ ਸੀਗਾ ਉਹ ਗੁਲਾਮਾਂ ਦਾ ਸੀ। ਜਿਹੜੇ ਗੁਲਾਮ ਸੀ, ਇਹਨਾਂ ਨੂੰ ਪ੍ਰਸ਼ਾਸਨ ਦੇ ਕੰਮਾਂ ਦੇ ਵਿੱਚ ਭਾਗ ਇਹਨਾਂ ਨੂੰ ਨਹੀਂ ਲੈਣ ਦਿੱਤਾ ਜਾਂਦਾ ਸੀਗਾ। ਰੋਮਨ ਰਾਜਾਂ ਵਿੱਚ ਵੀ ਪਿਆਰੇ ਵਿਦਿਆਰਥੀਓ, ਭਾਵੇਂ ਰਾਜ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ ਰਾਜਾ, ਪਰ ਰਾਜਾ ਜਿਹੜਾ ਹੈਗਾ ਪ੍ਰਸ਼ਾਸਨ ਆਪਣੀ ਇੱਛਾ ਅਨੁਸਾਰ ਚਲਾਉਂਦਾ ਸੀ। ਸਿਧਾਂਤਕ ਤੌਰ 'ਤੇ ਰਾਜੇ ਜਿਹੜੇ ਸੀਗੇ ਉਹ ਲੋਕਾਂ ਦੇ ਪ੍ਰਤੀਨਿਧਤਾ ਕਰਦੇ ਸਨ, ਪਰ ਅਸਲੀ ਰੂਪ ਵਿੱਚ ਜੇ ਅਸੀਂ ਅਸਲੀ ਰੂਪ ਦੀ ਗੱਲ ਕਰੀਏ ਤਾਂ ਰਾਜਾ ਆਪਣੀ ਇੱਛਾ ਅਨੁਸਾਰ ਹੀ ਪ੍ਰਸ਼ਾਸਨ ਚਲਾਉਂਦਾ ਸੀ। ਅਸੀਂ ਇਹ ਵੀ ਪੜ੍ਹਿਆ ਸੀਗਾ ਕਿ ਭਾਰਤ ਦਾ ਜਿਹੜਾ ਪ੍ਰਾਚੀਨ ਕਾਲ ਸੀਗਾ ਉਸ ਦੇ ਵਿੱਚ ਕੁਝ ਰਾਜਾਂ ਵਿੱਚ ਸਵਰਾਜ ਦੇ ਸਿਧਾਂਤ ਨੂੰ ਅਪਣਾਇਆ ਗਿਆ ਸੀ। ਚੌਲ ਵੰਸ਼ ਦੇ ਰਾਜ ਜਿਹੜੇ ਸੀ, ਰਾਜ ਕਾਲ ਵਿੱਚ ਹੇਠਲੇ ਪੱਧਰ 'ਤੇ ਲੋਕਤੰਤਰ ਦੀਆਂ ਉਦਾਹਰਨਾਂ ਮਿਲਦੀਆਂ ਹਨ। ਚੌਲ ਰਾਜਿਆਂ ਨੇ ਪ੍ਰਸ਼ਾਸਨ ਨੂੰ ਕੁਸ਼ਲਤਾਪੂਰਵਕ ਚਲਾਉਣ ਲਈ ਰਾਜ ਨੂੰ ਅੱਗੇ ਛੋਟੀਆਂ ਛੋਟੀਆਂ ਇਕਾਈਆਂ ਵਿੱਚ ਵੰਡਿਆ ਹੋਇਆ ਸੀ, ਜਿਵੇਂ ਕਿ ਮੰਡਲਮ ਅਸੀਂ ਪੜ੍ਹਿਆ ਸੀਗਾ, ਬਲਾਡੂ, ਨਾਇਡੂ ਅਤੇ ਇਹ ਜਿਹੜੇ ਹੈਗੇ ਉਰ ਵੀ ਸੀਗੇ। ਉਰ ਪ੍ਰਸ਼ਾਸਨਿਕ ਇਕਾਈਆਂ ਦੇ ਵਿੱਚ ਉੱਤਰ ਦੇ ਕ੍ਰਮ ਅਨੁਸਾਰ ਸਨ। ਚੌਲ ਵੰਸ਼ ਦੇ ਰਾਜਿਆਂ ਦੀ ਇਹ ਇੱਕ ਖਾਸ ਵਿਸ਼ੇਸ਼ਤਾ ਸੀਗੀ ਕਿ ਉਹਨਾਂ ਨੇ ਜਿਹੜੀਆਂ ਉੱਪਰਲੀਆਂ ਮੈਂ ਤੁਹਾਨੂੰ ਦੱਸਿਆ ਕਿ ਮੰਡਲਮ, ਬਲਾਡੂ, ਨਾਇਡੂ ਅਤੇ ਉਰ, ਇਹਨਾਂ ਪ੍ਰਸ਼ਾਸਨਿਕ ਇਕਾਈਆਂ ਨੂੰ ਖੁਦ ਮੁਖਤਿਆਰੀ ਜਾਂ ਸਵੈ ਸ਼ਾਸਨ ਚਲਾਉਣ ਦੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਸਨ। ਚੌਲ ਰਾਜਿਆਂ ਦੇ ਸਮੇਂ ਸਥਾਨਕ ਪ੍ਰਬੰਧ ਚਲਾਉਣ ਲਈ ਕਮੇਟੀ ਸਿਸਟਮ ਲਾਗੂ ਸੀ, ਜਿਸ ਨੂੰ ਵਰਿਆਮ ਪ੍ਰਣਾਲੀ ਕਹਿੰਦੇ ਸਨ। ਵੱਖ-ਵੱਖ ਕੰਮਾਂ ਲਈ ਵੱਖ-ਵੱਖ ਕਮੇਟੀਆਂ ਜਿਹੜੀਆਂ ਸੀਗੀਆਂ ਉਹ ਬਣਾਈਆਂ ਜਾਂਦੀਆਂ ਸੀ, ਜਿਵੇਂ ਕਰ ਕਮੇਟੀ, ਸਫਾਈ ਦੇ ਪ੍ਰਬੰਧ ਲਈ ਕਮੇਟੀ, ਠੀਕ ਹੈ ਜੀ, ਪਾਣੀ ਦੇ ਪ੍ਰਬੰਧ ਲਈ ਕਮੇਟੀ, ਨਿਆਂ ਦੇ ਕੰਮਾਂ ਲਈ ਕਮੇਟੀ। ਤਾਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਸੀਗੀ ਉਹ ਉਰ ਸੀ, ਜੋ ਕਿ ਅੱਜ ਕੱਲ੍ਹ ਪਿੰਡਾਂ ਦੀ ਤਰ੍ਹਾਂ ਸੀਗੀ। ਅੱਗੇ ਅਸੀਂ ਮੱਧਕਾਲ ਦੇ ਵਿੱਚ ਪੜ੍ਹਿਆ ਸੀਗਾ ਕਿ ਯੂਰਪ ਵਿੱਚ 5ਵੀਂ ਸਦੀ ਤੋਂ 15ਵੀਂ ਸਦੀ ਤੱਕ ਦੇ ਫਾਸਲੇ ਨੂੰ ਮੱਧਕਾਲ ਦਾ ਯੁੱਗ ਮੰਨਿਆ ਜਾਂਦਾ। ਭਾਰਤ ਵਿੱਚ ਇਹ ਕਾਲ ਜਿਹੜਾ ਹੈਗਾ 7ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਮੰਨਿਆ ਜਾਂਦਾ। ਇਸ ਕਾਲ ਦੇ ਵਿੱਚ ਸਾਮੰਤਵਾਦ ਦਾ ਕਾਲ ਵੀ ਇਸ ਨੂੰ ਕਿਹਾ ਜਾਂਦਾ। ਸਾਮੰਤਵਾਦ ਇੱਕ ਆਰਥਿਕ ਅਤੇ ਸਮਾਜਿਕ ਵਿਵਸਥਾ ਸੀਗੀ। ਰਾਜਾ ਸਾਮੰਤਾਂ ਨੂੰ ਭੂਮੀ ਵੰਡ ਦਿੰਦਾ ਸੀ। ਭੂਮੀ ਬਦਲੇ ਰਾਜਾ ਸਾਮੰਤਾਂ ਤੋਂ ਸੈਨਿਕ ਅਤੇ ਆਰਥਿਕ ਸਹਾਇਤਾ ਪ੍ਰਾਪਤ ਕਰਦਾ ਸੀ। ਸਾਮੰਤ ਅੱਗੇ ਕਾਸ਼ਤਕਾਰਾਂ ਨੂੰ ਭੂਮੀ ਵੰਡਦੇ ਸਨ। ਕਾਸ਼ਤਕਾਰਾਂ ਨੂੰ ਭੂਮੀ ਦੀ ਉਪਜ ਦਾ ਬਹੁਤ ਥੋੜ੍ਹਾ ਹਿੱਸਾ ਦਿੱਤਾ ਜਾਂਦਾ ਸੀ। ਸਾਮੰਤ ਅਤਿਆਚਾਰੀ ਹੁੰਦੇ ਸਨ। ਇਸ ਯੁੱਗ ਨੂੰ ਹਨੇਰੇ ਦਾ ਯੁੱਗ ਵੀ ਕਿਹਾ ਜਾਂਦਾ। ਅੱਗੇ ਅਸੀਂ ਆਧੁਨਿਕ ਕਾਲ ਪੜ੍ਹਿਆ ਸੀਗਾ। ਰਾਜਿਆਂ ਦੀਆਂ ਨਿਰੰਤਰ ਜਿਹੜੀਆਂ ਸੀਗੀਆਂ ਦਮਨਕਾਰੀ ਨੀਤੀਆਂ ਵਿਰੁੱਧ ਯੂਰਪ ਵਿੱਚ ਵਿਰੋਧੀ ਪ੍ਰਕਿਰਿਆ ਸ਼ੁਰੂ ਹੋਈ। ਮੌਂਟੈਕਸਿਕੋ, ਵੋਲਟੇਅਰ ਅਤੇ ਰੂਸੋ ਵਰਗੇ ਵਿਦਵਾਨਾਂ ਨੇ ਨਵੇਂ ਵਿਚਾਰਾਂ ਨੇ ਰਾਜਿਆਂ ਦੀ ਜਨਤਾ ਉੱਤੇ ਪਕੜ ਨੂੰ ਕਮਜ਼ੋਰ ਕਰਤਾ। ਰਾਜਿਆਂ ਦੇ ਦੈਵੀ ਅਧਿਕਾਰਾਂ ਨੂੰ ਇੰਗਲੈਂਡ ਦੀ ਸੰਸਦ ਨੇ ਚੁਣੌਤੀ ਦਿੱਤੀ। ਰਾਜਤੰਤਰ ਨੂੰ ਸੰਵਿਧਾਨਿਕ ਬਣਾਉਣ ਦੇ ਉਦੇਸ਼ ਨਾਲ ਰਾਜੇ ਦੀਆਂ ਸ਼ਕਤੀਆਂ ਨੂੰ ਕਾਫੀ ਹੱਦ ਤੱਕ ਸੀਮਤ ਕਰ ਦਿੱਤਾ।
ਅਖੀਰ ਵਿੱਚ ਸੰਸਦੀ ਲੋਕਤੰਤਰ ਦੀ ਜਿੱਤ ਹੋਈ। ਇੰਗਲੈਂਡ ਨੇ ਦੁਨੀਆ ਦੇ ਲੋਕਾਂ ਨੂੰ ਸੰਸਦੀ ਲੋਕਤੰਤਰ ਅਪਣਾਉਣ ਲਈ ਪ੍ਰੇਰਿਆ ਅਤੇ ਲੋਕਤੰਤਰੀ ਆਦਰਸ਼ਾਂ ਨੂੰ ਸਥਾਪਿਤ ਕੀਤਾ। ਅਸੀਂ ਪੜ੍ਹਿਆ ਸੀਗਾ ਕਿ ਲੋਕਤੰਤਰ ਵਿੱਚ ਸ਼ਾਸਨ ਕਰਨ ਦੀ ਅੰਤਿਮ ਸ਼ਕਤੀ ਲੋਕਾਂ ਦੇ ਚੁਣੇ ਹੋਏ ਨੇਤਾਵਾਂ ਕੋਲ ਹੁੰਦੀ ਹੈ। ਲੋਕਾਂ ਨੂੰ ਆਪਣੀ ਪਸੰਦ ਦਾ ਨੇਤਾ ਚੁਣਨ ਦੀ ਆਜ਼ਾਦੀ ਹੁੰਦੀ ਹੈ। ਤਾਂ ਸੀਲੇ ਨੇ ਇਹਦੀ ਪਰਿਭਾਸ਼ਾ ਦਿੱਤੀ ਸੀਗੀ ਕਿ ਲੋਕਤੰਤਰ ਅਜਿਹੀ ਸਰਕਾਰ ਹੈ ਜਿਸ ਵਿੱਚ ਹਰ ਇੱਕ ਵਿਅਕਤੀ ਦਾ ਹਿੱਸਾ ਹੁੰਦਾ ਹੈ। ਯੂਨਾਨ ਦੇ ਪ੍ਰਸਿੱਧ ਲੇਖਕ ਹੈਰੋਡੋਟਸ ਅਨੁਸਾਰ ਪ੍ਰਜਾਤੰਤਰ ਇੱਕ ਅਜਿਹਾ ਸ਼ਾਸਨ ਹੈ ਜਿਸ ਵਿੱਚ ਸਭ ਤੋਂ ਉੱਚੀ ਸ਼ਕਤੀ ਲੋਕਾਂ ਕੋਲ ਹੁੰਦੀ ਹੈ। ਲਾਰਡ ਬ੍ਰਾਈਸ ਨੇ ਵੀ ਕਿਹਾ ਸੀਗਾ ਕਿ ਲੋਕਤੰਤਰ ਉਹ ਸ਼ਾਸਨ ਹੈ ਜਿਸ ਵਿੱਚ ਰਾਜ ਦੀ ਸ਼ਾਸਨ ਸ਼ਕਤੀ ਕਿਸੇ ਵਿਸ਼ੇਸ਼ ਸ਼੍ਰੇਣੀ ਜਾਂ ਸ਼੍ਰੇਣੀਆਂ ਦੇ ਹੱਥਾਂ ਵਿੱਚ ਨਹੀਂ, ਸਗੋਂ ਸਮੁੱਚੇ ਸਮਾਜ ਦੇ ਹੱਥਾਂ ਵਿੱਚ ਹੁੰਦੀ ਹੈ। ਤਾਂ ਅਸੀਂ ਅਮਰੀਕਾ ਵਿੱਚ ਸਥਾਪਿਤ ਅੰਗਰੇਜ਼ ਬਸਤੀਆਂ ਜਿਹੜੀਆਂ ਸੀਗੀਆਂ, ਉਹਨਾਂ ਨੇ ਅੰਗਰੇਜ਼ਾਂ ਦੀ ਨਿਰਕੁਸ਼ ਤੰਤਰ ਵਿਰੁੱਧ ਜਿਹੜਾ ਸੀਗਾ ਉਹਦੇ ਵਿੱਚ ਆਵਾਜ਼ ਉਠਾਈ। 1775 ਤੋਂ 1783 ਈਸਵੀ ਤੱਕ ਦੀ ਕ੍ਰਾਂਤੀ ਤੋਂ ਬਾਅਦ ਅੰਗਰੇਜ਼ ਹਕੂਮਤ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਪ੍ਰਾਪਤ ਕੀਤੀ। ਸੰਯੁਕਤ ਰਾਜ ਅਮਰੀਕਾ ਨੇ ਜਨਤਕ ਪ੍ਰਭੂਸੱਤਾ ਦੇ ਅਧਿਕਾਰਾਂ ਲਈ ਪਿੱਠ ਭੂਮੀ ਤਿਆਰ ਕੀਤੀ। ਅਮਰੀਕਾ ਨੇ ਲੋਕਤੰਤਰੀ ਸੰਵਿਧਾਨ ਦੀ ਰਚਨਾ ਕੀਤੀ। ਫਰਾਂਸ ਵਿੱਚ ਜਿਹੜਾ ਸੀਗਾ ਕ੍ਰਾਂਤੀ ਆਈ ਅਤੇ ਕ੍ਰਾਂਤੀ ਤੋਂ ਬਾਅਦ ਰਾਜਤੰਤਰ ਖਤਮ ਹੋ ਗਿਆ ਅਤੇ ਫਰਾਂਸ ਗਣਤੰਤਰ ਦੇਸ਼ ਬਣ ਗਿਆ। ਫਰਾਂਸ ਨੇ ਲੋਕਤੰਤਰ ਪ੍ਰਣਾਲੀ ਨੂੰ ਚੁਣਿਆ। ਅੱਗੇ ਲੋਕਤੰਤਰ ਦਾ ਜਿਹੜਾ ਸੁਨਹਿਰੀ ਯੁੱਗ ਸੀਗਾ ਉਹ 20ਵੀਂ ਸਦੀ ਜਿਹੜੀ ਹੈਗੀ, ਇਸ ਨੂੰ ਲੋਕਤੰਤਰ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਯੂਰਪ ਦੇ ਲੋਕਾਂ ਦਾ ਲੋਕਤੰਤਰ ਵਿੱਚ ਰੁਝਾਨ ਸ਼ੁਰੂ ਹੋਇਆ। ਬ੍ਰਿਟਿਸ਼ ਅਤੇ ਅਮਰੀਕਾ ਨੇ ਕਿਹਾ ਕਿ ਪਹਿਲੇ ਮਹਾਂਯੁੱਧ ਤੋਂ ਲੋਕਤੰਤਰ ਦੀ ਸੁਰੱਖਿਆ ਅਤੇ ਆਤਮ ਨਿਰਣੈ ਦੇ ਸਿਧਾਂਤ ਲਈ ਲੜਿਆ ਗਿਆ। ਪਹਿਲੇ ਮਹਾਂਯੁੱਧ ਤੋਂ ਬਾਅਦ ਕਈ ਨਵੇਂ ਦੇਸ਼ ਹੋਂਦ ਵਿੱਚ ਆਏ। ਇਹਨਾਂ ਦੇਸ਼ਾਂ ਨੇ ਲੋਕਤੰਤਰ ਪ੍ਰਣਾਲੀ ਅਪਣਾਉਣ ਨੂੰ ਹੀ ਤਰਜੀਹ ਦਿੱਤੀ। ਦੂਜੇ ਮਹਾਂਯੁੱਧ ਤੋਂ ਬਾਅਦ ਏਸ਼ੀਆ ਅਤੇ ਅਫਰੀਕਾ ਮਹਾਂਦੀਪਾਂ ਦੇ ਬਹੁਤ ਸਾਰੇ ਦੇਸ਼ਾਂ ਨੇ ਜਿਹੜੀ ਸੀਗੀ ਆਜ਼ਾਦੀ ਪ੍ਰਾਪਤ ਕੀਤੀ। 1947 ਵਿੱਚ ਭਾਰਤ ਨੂੰ ਪੂਰਨ ਆਜ਼ਾਦੀ ਜਿਹੜੀ ਹੈਗੀ ਪ੍ਰਾਪਤ ਹੋਈ। ਭਾਰਤ 1950 ਵਿੱਚ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ। ਅਸੀਂ ਇਹ ਵੀ ਪੜ੍ਹਿਆ ਸੀਗਾ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਪਾਕਿਸਤਾਨ ਬਣ ਗਿਆ। ਪਾਕਿਸਤਾਨ ਵਿੱਚ ਲੋਕਤੰਤਰ ਦਾ ਜਿਹੜਾ ਹੈਗਾ ਪ੍ਰਚਲਨ ਲਗਾਤਾਰ ਨਹੀਂ ਹੋ ਸਕਿਆ। ਇੱਥੇ ਅਕਸਰ ਸੱਤਾ ਫੌਜੀ ਜਰਨੈਲਾਂ ਦੇ ਹੱਥਾਂ ਵਿੱਚ ਰਹੀ, ਜਿਵੇਂ ਕਿ 1958 ਤੋਂ 1968 ਤੱਕ ਜਿਹੜਾ ਸੀਗਾ ਜਨਰਲ ਅਯੂਬ ਖਾਨ ਨੇ ਸੈਨਿਕ ਤਾਨਾਸ਼ਾਹੀ ਸਥਾਪਿਤ ਕੀਤੀ। ਇਸੇ ਤਰ੍ਹਾਂ 1999 ਵਿੱਚ ਜਨਰਲ ਪਰਵੇਜ਼ ਮੁਸ਼ੱਰਫ ਨੇ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਦਿੱਤਾ ਅਤੇ ਦੇਸ਼ ਦੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ। ਇਸ ਤਰ੍ਹਾਂ ਲੋਕਤੰਤਰ ਦੇ ਵਿਕਾਸ ਦੀ ਅਸੀਂ ਗੱਲ ਕੀਤੀ ਸੀਗੀ ਕਿ ਇਹਦੇ ਵੱਧਦੇ ਕਦਮ ਲੋਕਤੰਤਰ ਦਾ ਇਤਿਹਾਸ ਦੇ ਮੁੱਢਲੀ ਜਾਣਕਾਰੀ ਕਰਨ ਤੋਂ ਅਸੀਂ ਪ੍ਰਾਪਤ ਕਰ ਲਈ ਸੀਗੀ ਅਤੇ ਅਸੀਂ ਮਤਲਬ ਇਹ ਵੀ ਜਾਣਿਆ ਸੀਗਾ ਕਿ ਲੋਕਤੰਤਰ ਦਾ ਵਿਕਾਸ ਅਤੇ ਵਿਸਥਾਰ ਦੀ ਦਿਸ਼ਾ ਜਿਹੜੀ ਹੈਗੀ ਉਹ ਕਿੱਦਾਂ ਦੀ ਰਹੀ। ਇਹਦੇ 'ਚ ਰੁਕਾਵਟਾਂ ਵੀ ਆਈਆਂ। ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਨੂੰ ਸਾਨੇ ਵਿਸ਼ਵ ਯੁੱਧ ਦੇ ਦੌਰਾਨ ਵੀ ਦੇਖਿਆ। ਅਤੇ ਇੱਦਾਂ ਅੱਗੇ ਗੱਲ ਕਰੀ ਸੀ ਅਸੀਂ ਚਿਲੀ ਦੀ। ਪਿਨੋਸ਼ ਦੀ ਜਿਹੜੀ ਸੈਨਿਕ ਤਾਨਾਸ਼ਾਹੀ ਸੀ ਉਸਦਾ 1988 ਵਿੱਚ ਅੰਤ ਹੋਇਆ ਅਤੇ ਉਸਨੇ ਜਨਮਤ ਸੰਗ੍ਰਹਿ ਕਰਵਾਉਣ ਦਾ ਨਿਸ਼ਚਾ ਕੀਤਾ। ਪਿਨੋਸ਼ ਨੂੰ ਭਰੋਸਾ ਸੀਗਾ ਕਿ ਜਨਤਾ ਉਸ ਨੂੰ ਸੱਤਾ 'ਤੇ ਕਾਬਜ਼ ਰਹਿਣ ਲਈ ਕਹੇਗੀ, ਪਰ ਜਨਤਾ ਆਪਣੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਨਹੀਂ ਭੁੱਲੀ। ਇਸ ਲਈ ਜਨਮਤ ਸੰਗ੍ਰਹਿ ਪਿਨੋਸ਼ ਦੇ ਵਿਰੁੱਧ ਸਾਬਤ ਹੋਇਆ। ਪਿਨੋਸ਼ ਨੂੰ ਸੈਨਿਕ ਤਾਨਾਸ਼ਾਹ ਵਜੋਂ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। ਉਦੋਂ ਤੋਂ ਲੈ ਕੇ ਚਿਲੀ ਵਿੱਚ 4 ਵਾਰ ਚੋਣਾਂ ਹੋ ਚੁੱਕੀਆਂ ਸਨ, ਜਿਨ੍ਹਾਂ ਵਿੱਚ ਵੱਖ-ਵੱਖ ਰਾਜਨੀਤਿਕ ਦਲਾਂ ਨੇ ਭਾਗ ਲਿਆ ਸੀਗਾ। ਹੌਲੀ ਹੌਲੀ ਚਿਲੀ ਵਿੱਚ ਸੈਨਿਕ ਸ਼ਾਸਨ ਖਤਮ ਹੋਇਆ, ਲੋਕਾਂ ਨੂੰ ਰਾਜਨੀਤਿਕ ਆਜ਼ਾਦੀ ਜਿਹੜੀ ਹੈਗੀ ਹੈ ਪ੍ਰਾਪਤ ਹੋਈ। ਇੱਦਾਂ ਹੀ ਪੋਲੈਂਡ ਜਿਹੜਾ ਹੈਗਾ, ਪੋਲੈਂਡ ਦੇ ਵਿੱਚ ਵੀ ਅਸੀਂ ਮਤਲਬ ਦੇਖਿਆ ਕਿ ਪੋਲੈਂਡ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੇ ਪੋਲੈਂਡ ਦੇ ਵਿੱਚ ਵੀ ਲੋਕਤੰਤਰ ਨੂੰ ਅਪਣਾ ਲਿਆ ਗਿਆ। ਇਸ ਤੋਂ ਇਲਾਵਾ ਸੰਖੇਪ ਰੂਪ ਵਿੱਚ ਜਿਹੜਾ ਅਸੀਂ ਪੜ੍ਹਿਆ ਸੀਗਾ ਕਿ ਪਿਛਲੇ 2 ਸਾਲਾਂ ਦੌਰਾਨ ਦੁਨੀਆ ਵਿੱਚ ਹੋਏ ਲੋਕਤੰਤਰ ਦੇ ਵਿਸਥਾਰ ਬਾਰੇ ਜਾਣਕਾਰੀ ਅਸੀਂ ਲਈ ਸੀ। ਪਾਠ ਦੇ ਸ਼ੁਰੂ ਦੇ ਵਿੱਚ ਵੀ ਅਸੀਂ ਗੱਲ ਕੀਤੀ ਹੈ। ਤਾਂ ਅੱਗੇ ਬਸਤੀਵਾਦ ਦਾ ਖਾਤਮਾ ਜਿਹੜਾ ਹੈਗਾ ਅਫਰੀਕਾ ਅਤੇ ਏਸ਼ੀਆ ਦੇਸ਼ਾਂ ਦੇ ਵਿੱਚ ਬਹੁਤ ਲੰਬਾ ਸਮਾਂ ਯੂਰਪੀਅਨ ਕੌਮਾਂ ਦੀ ਬਸਤੀਵਾਦ ਜਿਹੜੇ ਸੀਗੀ ਚੱਲਦੀ ਰਹੀ, ਉਹਦਾ ਸ਼ਿਕਾਰ ਰਹੇ। ਯੂਰਪੀਅਨ ਕੌਮਾਂ ਨੇ ਇਹਨਾਂ ਦੇਸ਼ਾਂ ਦੀ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਪ੍ਰਣਾਲੀ ਉੱਤੇ ਨਿਯੰਤਰਣ ਕੀਤਾ ਹੋਇਆ ਸੀਗਾ। ਬਸਤੀਵਾਦ ਦੇਸ਼ ਇਹਨਾਂ ਦੇਸ਼ਾਂ ਦੇ ਮਨੁੱਖੀ ਅਤੇ ਭੌਤਿਕ ਸਾਧਨਾਂ ਦਾ ਸ਼ੋਸ਼ਣ ਕਰਦੇ ਸਨ। ਬਸਤੀਵਾਦ ਦੇ ਸ਼ਿਕਾਰ ਦੇਸ਼ਾਂ ਦੇ ਲੋਕਾਂ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਅੰਦੋਲਨ ਕਰਨੇ ਪਏ। ਤਾਂ ਸਾਡਾ ਭਾਰਤ ਜਿਹੜਾ ਸੀਗਾ ਇੱਦਾਂ ਹੀ 15 ਅਗਸਤ 1947 ਨੂੰ ਆਜ਼ਾਦ ਹੋਇਆ। ਬਸਤੀਵਾਦ ਤੋਂ ਆਜ਼ਾਦ ਹੋਏ ਦੇਸ਼ਾਂ ਨੇ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ। ਇੱਦਾਂ ਹੀ ਭਾਰਤ ਨੇ ਵੀ ਆਜ਼ਾਦੀ ਤੋਂ ਬਾਅਦ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਇਆ, ਜੋ ਕਿ ਹੋਰ ਦੇਸ਼ਾਂ ਦੇ ਲੋਕਤੰਤਰ ਦੇ ਮੁਕਾਬਲੇ ਸਫਲਤਾਪੂਰਵਕ ਚੱਲ ਰਹੀ ਹੈ। ਕਮੀਆਂ ਦੇ ਬਾਵਜੂਦ ਅਸੀਂ ਭਾਰਤ ਵਿੱਚ ਲੋਕਤੰਤਰ ਦੇ ਸਫਲ ਭਵਿੱਖ ਦੀ ਆਸ ਕਰਦੇ ਹਾਂ। 1980 ਤੋਂ ਬਾਅਦ ਲੋਕਤੰਤਰ ਨੂੰ ਇੱਕ ਹੋਰ ਵੱਡਾ ਸਫਲਤਾ ਮਿਲੀ। ਲੈਟਿਨ ਅਮਰੀਕਾ ਦੇ ਬਹੁਤ ਸਾਰੇ ਦੇਸ਼ ਜਿਹੜੇ ਸੀਗੇ ਉਹ ਲੋਕਤੰਤਰ ਦੀ ਉਹਨਾਂ ਦੇ ਵਿੱਚ ਬਹਾਲੀ ਹੋਈ। ਸੋਵੀਅਤ ਸੰਘ ਦੇ ਟੁੱਟਣ ਨਾਲ ਲੋਕਤੰਤਰ ਦੀ ਗਤੀ ਤੇਜ਼ ਹੋਈ। ਜਿਵੇਂ ਅਸੀਂ ਪਹਿਲਾਂ ਪੋਲੈਂਡ ਦੀ ਕਹਾਣੀ ਪੜ੍ਹਿਆ ਗੱਲ ਕੀਤੀ ਹੈ, ਸੋਵੀਅਤ ਸੰਘ ਦੀ ਕੰਟਰੋਲ ਸੀਗਾ ਪੂਰਬੀ ਯੂਰਪ ਵਿੱਚ। ਸੋਵੀਅਤ ਸੰਘ ਨੇ ਕਈ ਕਮਿਊਨਿਸਟ ਦੇਸ਼ਾਂ ਉੱਤੇ ਕਬਜ਼ਾ ਕੀਤਾ ਹੋਇਆ ਸੀਗਾ। ਪੋਲੈਂਡ ਦੇ ਕਈ ਹੋਰ ਦੇਸ਼ਾਂ ਵਿੱਚ ਸੋਵੀਅਤ ਸੰਘ ਦੇ ਕੰਟਰੋਲ ਤੋਂ ਆਜ਼ਾਦ ਹੋ ਗਏ। ਇਸੇ ਤਰ੍ਹਾਂ ਅੱਗੇ ਵੱਧਦਾ ਰਿਹਾ ਇਹ ਕੰਮ। ਇੱਕ ਮਿਆਂਮਾਰ ਦੀ ਅਸੀਂ ਗੱਲ ਕੀਤੀ ਸੀਗੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਲੋਕਤੰਤਰ ਦੀ ਸਥਾਪਨਾ ਜਿਹੜੀ ਸੀਗੀ, ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਗੱਲ ਕੀਤੀ ਸੀਗੀ ਲੋਕਤੰਤਰ ਦੀ ਸਰਕਾਰ ਕੰਮ ਕਰ ਰਹੀ ਹੈ ਜਾਂ ਨਹੀਂ। ਕਿ ਅਜਿਹੀ ਸਰਕਾਰ ਦਾ ਸਾਰੀ ਦੁਨੀਆ ਦੇ ਦੇਸ਼ਾਂ 'ਤੇ ਕਹਿਣਾ ਮੰਨਦੇ ਹਨ। ਦੁਨੀਆ ਦੇ ਕੁਝ ਅਜਿਹੇ ਸਥਾਨ ਹਨ ਜਿਨ੍ਹਾਂ ਉੱਤੇ
ਕਿਸੇ ਵੀ ਦੇਸ਼ ਦਾ ਅਧਿਕਾਰ ਨਹੀਂ। ਅਜਿਹੀਆਂ ਥਾਵਾਂ ਦੇ ਪ੍ਰਬੰਧ ਲਈ ਕਿਹੜੀ ਸਰਕਾਰ ਕਾਨੂੰਨ ਬਣਾਉਂਦੀ ਹੈ? ਕਿ ਜਿਹੀ ਸਰਕਾਰ ਦੀ ਕਾਰਜਸ਼ੀਲਤਾ ਲੋਕਤੰਤਰੀ ਹੈ? ਉਕਤ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਪਹਿਲਾਂ ਗੱਲ ਤਾਂ ਇਹ ਹੈ ਕਿ ਦੁਨੀਆ ਵਿੱਚ ਕੋਈ ਅਜਿਹੀ ਸਰਕਾਰ ਨਹੀਂ ਜਿਹੜੀ ਕਿ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੇ ਹੁਕਮ ਦੇ ਸਕੇ, ਪਰੰਤੂ ਅੰਤਰਰਾਸ਼ਟਰੀ ਪੱਧਰ 'ਤੇ ਕੁਝ ਅਜਿਹੀਆਂ ਸੰਸਥਾਵਾਂ ਹਨ ਜਿਹੜੀਆਂ ਕਿ ਦੁਨੀਆ ਵਿੱਚ ਸ਼ਾਂਤੀ ਕਾਇਮ ਕਰਨ, ਦੁਨੀਆ ਦੇ ਦੇਸ਼ਾਂ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਨ, ਗਰੀਬ ਦੇਸ਼ਾਂ ਨੂੰ ਆਰਥਿਕ ਸਹਾਇਤਾ ਦੇਣ, ਦੁਨੀਆ ਵਿੱਚ ਵਾਤਾਵਰਣ ਨੂੰ ਪੈਦਾ ਹੋਏ ਖਤਰੇ ਨੂੰ ਰੋਕਣ, ਅਨਿਆਂਪੂਰਨ ਢੰਗਾਂ ਨਾਲ ਇੱਕ ਦੇਸ਼ 'ਤੇ ਦੂਜੇ ਦੇਸ਼ ਉੱਤੇ ਹਮਲੇ ਨੂੰ ਰੋਕਣ ਅਤੇ ਦੁਨੀਆ ਵਿੱਚ ਸਮਾਜਿਕ ਸਮਾਨਤਾ ਲਿਆਉਣ ਲਈ ਯਤਨਸ਼ੀਲ ਹਨ। ਇਹ ਜਿਹੜੀਆਂ ਸੰਸਥਾਵਾਂ ਹਨ, IMF ਹੈ ਅਤੇ ਇਹ ਰਾਸ਼ਟਰੀ ਸੰਸਥਾਵਾਂ ਹਨ, ਵਰਲਡ ਬੈਂਕ ਹੈ। ਤਾਂ ਅਸੀਂ ਮਤਲਬ ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਹੋਈ ਅਤੇ ਇਹ ਅਸੀਂ ਪੜ੍ਹਿਆ ਸੀਗਾ। ਅਤੇ ਬਹੁਤ ਕੰਪਨੀਆਂ ਦੇ ਬਾਰੇ ਵੀ ਥੋੜ੍ਹਾ ਜਿਹਾ ਅਸੀਂ ਵਿਚਾਰ ਕੀਤਾ ਸੀਗਾ ਕਿ ਅਸਿੱਧੇ ਢੰਗ ਨਾਲ ਸਾਮਰਾਜਵਾਦ ਫੈਲਾ ਰਹੀਆਂ ਹਨ। ਇਹ ਕੰਪਨੀਆਂ ਜਿਹੜੀਆਂ ਹੈਗੀਆਂ ਵਿਸ਼ਵੀਕਰਨ ਦੇ ਵਿੱਚ ਵੀ ਯੋਗਦਾਨ ਇਹਨਾਂ ਨੇ ਪਾਇਆ। ਤਾਂ ਹੁਣ ਅਸੀਂ ਇਸ ਪਾਠ ਦੀ ਦੁਹਰਾਈ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਭਿਆਸ ਦੀ। ਤਾਂ ਪਿਆਰੇ ਵਿਦਿਆਰਥੀਓ, ਤੁਹਾਡੀ ਸਕਰੀਨ 'ਤੇ ਪਹਿਲਾ ਕੁਐਸਚਨ ਜਿਹੜਾ ਹੈਗਾ ਉਹ ਆ ਰਿਹਾ ਹੈ ਅਭਿਆਸ ਦਾ। ਖਾਲੀ ਥਾਂ ਭਰਨੀ ਹੈ ਤੁਸੀਂ। ਚੌਲ ਰਾਜਿਆਂ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਡੈਸ਼ ਸੀ। ਤਾਂ ਅਸੀਂ ਹੁਣੇ ਰਿਵੀਜ਼ਨ ਵੀ ਕੀਤੀ ਸੀਗੀ, ਤਾਂ ਤੁਸੀਂ ਆਪਣਾ ਜਵਾਬ ਨੋਟ ਕਰ ਸਕਦੇ ਹੋ ਕਿ ਚੌਲ ਰਾਜਿਆਂ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਡੈਸ਼ ਸੀ। ਤਾਂ ਇਹਦਾ ਉੱਤਰ ਹੈ ਉਰ। ਦੂਜਾ ਪ੍ਰਸ਼ਨ ਤੁਹਾਡੀ ਸਕਰੀਨ 'ਤੇ ਹੈਗਾ, ਖਾਲੀ ਥਾਂ ਹੈ, ਚਿਲੀ ਵਿੱਚ ਸੋਸ਼ਲਿਸਟ ਪਾਰਟੀ ਦੀ ਅਗਵਾਈ ਡੈਸ਼ ਨੇ ਕੀਤੀ। ਮੈਂ ਅਭਿਆਸ ਦਾ ਪ੍ਰਸ਼ਨ ਰਿਪੀਟ ਕਰ ਰਿਹਾ, ਦੁਹਰਾ ਰਿਹਾ। ਚਿਲੀ ਵਿੱਚ ਸੋਸ਼ਲਿਸਟ ਪਾਰਟੀ ਦੀ ਅਗਵਾਈ ਡੈਸ਼ ਨੇ ਕੀਤੀ। ਤਾਂ ਪਿਆਰੇ ਬੱਚਿਓ, ਤੁਸੀਂ ਆਪਣਾ ਉੱਤਰ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਮੈਂ ਉੱਤਰ ਬੋਲਾਂਗਾ। ਚਿਲੀ ਵਿੱਚ ਸੋਸ਼ਲਿਸਟ ਪਾਰਟੀ ਦੀ ਅਗਵਾਈ ਡੈਸ਼ ਨੇ ਕੀਤੀ। ਤਾਂ ਅਲੈਂਡੇ ਜਿਹੜਾ ਸੀਗਾ, ਅਲੈਂਡੇ ਨੇ ਚਿਲੀ ਵਿੱਚ ਸੋਸ਼ਲਿਸਟ ਪਾਰਟੀ ਦੀ ਅਗਵਾਈ ਕੀਤੀ ਸੀ। ਅੱਗੇ ਅਸੀਂ ਅਗਲੀ ਜਿਹੜੀ ਸਲਾਈਡ ਹੈ ਉਸ ਦੇ ਉੱਪਰ ਅਗਲੇ ਕੁਐਸਚਨ ਕਰਾਂਗੇ। ਅਗਲਾ ਸਾਡੇ ਕੋਲ ਠੀਕ ਗਲਤ ਹੈ। ਤਾਂ ਠੀਕ ਗਲਤ ਲਈ ਪਹਿਲਾ ਜਿਹੜਾ ਸਾਡੇ ਕੋਲ ਸਟੇਟਮੈਂਟ ਹੈ, ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ। ਠੀਕ ਗਲਤ ਲਈ ਸਾਡੇ ਕੋਲ ਸਟੇਟਮੈਂਟ ਹੈ ਨੰਬਰ 1, ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ। ਤਾਂ ਤੁਸੀਂ ਜਵਾਬ ਦੱਸਣਾ ਕਿ ਠੀਕ ਹੈ ਜਾਂ ਗਲਤ। ਤਾਂ ਇਹਦਾ ਉੱਤਰ ਜਿਹੜਾ ਹੈਗਾ ਇਹ ਗਲਤ ਹੈ। ਦੂਜੀ ਸਟੇਟਮੈਂਟ ਹੈਗੀ, ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਲੋਕਤੰਤਰ ਲਗਾਤਾਰ ਚੱਲ ਰਿਹਾ ਹੈ। ਸਟੇਟਮੈਂਟ ਇਹ ਹੈ ਕਿ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਲੋਕਤੰਤਰ ਲਗਾਤਾਰ ਚੱਲ ਰਿਹਾ ਹੈ। ਤਾਂ ਇਹਦਾ ਉੱਤਰ ਜਿਹੜਾ ਹੈਗਾ ਉਹ ਗਲਤ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਲੋਕਤੰਤਰ ਜਿਹੜਾ ਹੈਗਾ ਉਹ ਲਗਾਤਾਰ ਨਹੀਂ ਚੱਲ ਰਿਹਾ। ਅਸੀਂ ਪੜ੍ਹਿਆ ਸੀਗਾ ਕਿ ਵਿੱਚ ਜਿਹੜੇ ਫੌਜੀ ਅਧਿਕਾਰੀ ਸੀਗੇ ਉਹਨਾਂ ਨੇ, ਸੈਨਿਕਾਂ ਨੇ ਇਹਦੇ 'ਤੇ ਕਬਜ਼ਾ ਕਰ ਲਿਆ ਸੀ। ਅੱਗੇ ਬਹੁ ਵਿਕਲਪੀ ਪ੍ਰਸ਼ਨ ਅਸੀਂ ਕਰਾਂਗੇ। ਤਾਂ ਸਾਡੇ ਕੋਲ ਪਹਿਲਾ ਪ੍ਰਸ਼ਨ ਹੈਗਾ, ਇਹਦੇ 4 ਜਿਹੜੀਆਂ ਆਪਸ਼ਨਸ ਹੈਗੀਆਂ। ਤਾਂ ਮੈਂ ਬੋਲ ਰਿਹਾ, ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆ ਦੇ ਦੇਸ਼ਾਂ ਨੂੰ ਸੰਸਦੀ ਲੋਕਤੰਤਰ ਪ੍ਰਣਾਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ? ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆ ਦੇ ਦੇਸ਼ਾਂ ਨੂੰ ਸੰਸਦੀ ਲੋਕਤੰਤਰ ਪ੍ਰਣਾਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ? ਤਾਂ ਇਹਦੇ ਜਿਹੜੀਆਂ ਆਪਸ਼ਨਸ ਹੈਗੀਆਂ ਉਹ ਹੈਗੀਆਂ ਨੰਬਰ 1 ਜਰਮਨੀ, ਨੰਬਰ 2 ਫਰਾਂਸ, ਨੰਬਰ 3 ਇੰਗਲੈਂਡ, ਨੰਬਰ 4 ਚੀਨ। ਤਾਂ ਇਸ ਦਾ ਉੱਤਰ ਜਿਹੜਾ ਹੈਗਾ ਉਹ ਹੈਗਾ ਇੰਗਲੈਂਡ। ਅਗਲਾ ਸਾਡੇ ਕੋਲ ਬਹੁ ਵਿਕਲਪੀ ਪ੍ਰਸ਼ਨ ਜਿਹੜਾ ਹੈਗਾ ਉਹ ਹੈਗਾ, ਹੇਠ ਲਿਖੇ ਦੇਸ਼ਾਂ ਵਿੱਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ? ਹੇਠ ਲਿਖੇ ਜਿਹੜੇ ਤੁਹਾਡੀ ਸਕਰੀਨ 'ਤੇ ਦੇਸ਼ ਹੈਗੇ, ਹੇਠ ਲਿਖੇ ਦੇਸ਼ਾਂ ਵਿੱਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ? ਤਾਂ ਇਹਦਾ ਪਹਿਲਾ ਆਪਸ਼ਨ ਹੈਗੀ ਹੈ ਭਾਰਤ, ਦੂਜੀ ਆਪਸ਼ਨ ਹੈਗੀ ਹੈ ਅਮਰੀਕਾ, ਤੀਜੀ ਹੈਗੀ ਹੈ ਵਿਕਲਪ ਤੀਜਾ ਫਰਾਂਸ, ਅਤੇ ਚੌਥਾ ਵਿਕਲਪ ਹੈਗਾ ਚੀਨ। ਤਾਂ ਤੁਸੀਂ ਟਿਕ ਕਰ ਸਕਦੇ ਹੋ। ਤਾਂ ਹੇਠ ਲਿਖੇ ਦੇਸ਼ਾਂ ਵਿੱਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ? ਆਪਸ਼ਨ 1 ਭਾਰਤ, ਆਪਸ਼ਨ 2 ਅਮਰੀਕਾ, ਆਪਸ਼ਨ 3 ਫਰਾਂਸ, ਆਪਸ਼ਨ 4 ਚੀਨ। ਤਾਂ ਇਹਦਾ ਉੱਤਰ ਹੈਗਾ ਭਾਰਤ। ਤਾਂ ਇਸ ਤੋਂ ਬਾਅਦ ਅਸੀਂ ਅੱਗੇ ਜਿਹੜੇ ਹੈਗੇ ਆ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਾਂਗੇ। ਤਾਂ ਇਹਨਾਂ ਦੇ ਉੱਤਰ ਜਿਹੜੇ ਹੈਗੇ ਉਹ ਅਸੀਂ ਦੇਖਾਂਗੇ ਇੱਥੇ। ਅੱਜ ਕੱਲ੍ਹ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ? ਅੱਜ ਕੱਲ੍ਹ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ? ਤਾਂ ਇਸ ਦਾ ਉੱਤਰ ਹੈ ਲੋਕਤੰਤਰ। ਅਗਲਾ ਜਿਹੜਾ ਬਹੁਤ ਛੋਟਾ ਪ੍ਰਸ਼ਨ ਹੈ, ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਅਤੇ ਜਰਮਨੀ ਵਿੱਚ ਪ੍ਰਚਲਿਤ ਵਿਚਾਰਧਾਰਾਵਾਂ ਦੇ ਨਾਂ ਲਿਖੋ ਜਿਨ੍ਹਾਂ ਕਾਰਨ ਲੋਕਤੰਤਰ ਨੂੰ ਇੱਕ ਵੱਡਾ ਧੱਕਾ ਲੱਗਾ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਅਤੇ ਜਰਮਨੀ ਵਿੱਚ ਪ੍ਰਚਲਿਤ
ਵਿਚਾਰਧਾਰਾਵਾਂ ਦੇ ਨਾਂ ਲਿਖੋ ਜਿਨ੍ਹਾਂ ਕਾਰਨ ਲੋਕਤੰਤਰ ਨੂੰ ਇੱਕ ਵੱਡਾ ਧੱਕਾ ਲੱਗਾ। ਤਾਂ ਇਹਦਾ ਉੱਤਰ ਹੈਗਾ ਇਟਲੀ ਵਿੱਚ ਫਾਸੀਵਾਦ ਅਤੇ ਜਰਮਨੀ ਵਿੱਚ ਨਾਜ਼ੀਵਾਦ। ਜਿਹੜੀਆਂ ਵਿਚਾਰਧਾਰਾਵਾਂ ਸੀਗੀਆਂ ਇਹਨਾਂ ਨਾਲ ਲੋਕਤੰਤਰ ਨੂੰ ਇੱਕ ਬਹੁਤ ਵੱਡਾ ਧੱਕਾ ਲੱਗਿਆ ਸੀ। ਅਗਲਾ ਸਾਡੇ ਕੋਲ ਪ੍ਰਸ਼ਨ ਹੈਗਾ ਅਲੈਂਡੇ ਚਿਲੀ ਦੇਸ਼ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ? ਤਾਂ ਅਲੈਂਡੇ ਚਿਲੀ ਦੇਸ਼ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ? ਮੈਂ ਇੱਕ ਵਾਰ ਫਿਰ ਬੋਲਦਾ, ਅਲੈਂਡੇ ਚਿਲੀ ਦੇਸ਼ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ? ਤਾਂ ਇਸ ਦਾ ਉੱਤਰ ਤੁਹਾਨੂੰ ਯਾਦ ਵੀ ਹੋਊਗਾ, ਮੈਂ ਪਹਿਲਾਂ ਵੀ ਰਿਵੀਜ਼ਨ 'ਚ ਬੋਲਿਆ ਸੀਗਾ, 1970 ਈਸਵੀ ਵਿੱਚ। ਅਗਲਾ ਪ੍ਰਸ਼ਨ ਜਿਹੜਾ ਹੈਗਾ ਪ੍ਰਸ਼ਨ ਨੰਬਰ 4, ਚਿਲੀ ਵਿੱਚ ਲੋਕਤੰਤਰ ਦੀ ਮੁੜ ਬਹਾਲੀ ਕਦੋਂ ਹੋਈ? ਚਿਲੀ ਵਿੱਚ ਲੋਕਤੰਤਰ ਦੀ ਮੁੜ ਬਹਾਲੀ ਕਦੋਂ ਹੋਈ? ਤਾਂ ਇਸ ਦਾ ਉੱਤਰ ਸਾਡੇ ਕੋਲ ਹੈਗਾ 1988 ਈਸਵੀ ਵਿੱਚ। ਇਸ ਤੋਂ ਬਾਅਦ ਅਸੀਂ ਅਗਲਾ ਪ੍ਰਸ਼ਨ ਜਿਹੜਾ ਹੈਗਾ ਉਹ ਕਰਾਂਗੇ। ਤਾਂ ਸਾਡੇ ਕੋਲ ਅਗਲਾ ਪ੍ਰਸ਼ਨ ਹੈਗਾ ਪੋਲੈਂਡ ਵਿੱਚ ਲੋਕਤੰਤਰੀ ਅਧਿਕਾਰਾਂ ਦੀ ਮੰਗ ਲਈ ਹੜਤਾਲ ਦੀ ਅਗਵਾਈ ਕਿਸ ਨੇ ਕੀਤੀ? ਪੋਲੈਂਡ ਵਿੱਚ ਲੋਕਤੰਤਰੀ ਅਧਿਕਾਰਾਂ ਦੀ ਮੰਗ ਲਈ ਹੜਤਾਲ ਦੀ ਅਗਵਾਈ ਕਿਸ ਨੇ ਕੀਤੀ? ਤਾਂ ਇਹਦਾ ਉੱਤਰ ਹੈਗਾ ਲੇਕ ਵਲੇਸਾ ਨੇ। ਅਗਲਾ ਪ੍ਰਸ਼ਨ ਨੰਬਰ 6 ਹੈਗਾ ਪੋਲੈਂਡ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰ ਚੋਣਾਂ ਕਦੋਂ ਹੋਈਆਂ ਅਤੇ ਰਾਸ਼ਟਰਪਤੀ ਚੁਣਿਆ ਗਿਆ? ਪੋਲੈਂਡ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰ ਚੋਣਾਂ ਕਦੋਂ ਹੋਈਆਂ ਅਤੇ ਰਾਸ਼ਟਰਪਤੀ ਚੁਣਿਆ ਗਿਆ? ਤਾਂ ਇਹ ਜਿਹੜਾ ਹੈਗਾ ਅਪ੍ਰੈਲ 1990 ਵਿੱਚ ਲੇਕ ਵਲੇਸਾ ਜਿਹੜਾ ਸੀਗਾ ਇਸ ਨੂੰ ਰਾਸ਼ਟਰਪਤੀ ਚੁਣਿਆ ਗਿਆ ਸੀਗਾ। ਪ੍ਰਸ਼ਨ ਸੀਗਾ ਪੋਲੈਂਡ ਵਿੱਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰ ਚੋਣਾਂ ਕਦੋਂ ਹੋਈਆਂ ਅਤੇ ਰਾਸ਼ਟਰਪਤੀ ਚੁਣਿਆ ਗਿਆ? ਤਾਂ ਅਪ੍ਰੈਲ 1990 ਲੇਕ ਵਲੇਸਾ ਇਹਦਾ ਰਾਸ਼ਟਰਪਤੀ ਸੀਗਾ। ਭਾਰਤ ਵਿੱਚ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਦੋਂ ਦਿੱਤਾ ਗਿਆ? ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਦੋਂ ਦਿੱਤਾ ਗਿਆ? ਤਾਂ ਇਸ ਦਾ ਉੱਤਰ ਹੈ 1950 ਈਸਵੀ ਵਿੱਚ। ਅਗਲਾ ਪ੍ਰਸ਼ਨ ਜਿਹੜਾ ਹੈਗਾ ਕਿਹੜੇ ਦੋ ਵੱਡੇ ਮਹਾਂਦੀਪ ਬਸਤੀਵਾਦ ਦਾ ਸ਼ਿਕਾਰ ਰਹੇ? ਕਿਹੜੇ ਦੋ ਵੱਡੇ ਮਹਾਂਦੀਪ ਬਸਤੀਵਾਦ ਦਾ ਸ਼ਿਕਾਰ ਰਹੇ? ਤਾਂ ਇਸ ਦਾ ਉੱਤਰ ਹੈ ਅਫਰੀਕਾ ਅਤੇ ਏਸ਼ੀਆ। ਅੱਗੇ ਅਸੀਂ ਅਗਲਾ ਪ੍ਰਸ਼ਨ ਕਰਾਂਗੇ ਦੋ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਂ ਦੱਸੋ। ਤਾਂ ਤੁਸੀਂ ਦੇਖ ਸਕਦੇ ਹੋ ਕਿ ਉੱਤਰ ਜਿਹੜਾ ਹੈਗਾ ਨਾਲ ਹੀ ਹੈ। ਦੋ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਂ ਦੱਸੋ। ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ। ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ। ਅਗਲਾ ਪ੍ਰਸ਼ਨ ਸੀਗਾ ਅੰਤਰਰਾਸ਼ਟਰੀ ਮੁਦਰਾ ਕੋਸ਼ ਸੰਸਥਾ ਕੀ ਕੰਮ ਕਰਦੀ ਹੈ? ਅੰਤਰਰਾਸ਼ਟਰੀ ਮੁਦਰਾ ਕੋਸ਼ ਸੰਸਥਾ ਕੀ ਕੰਮ ਕਰਦੀ ਹੈ? ਇਹਦਾ ਉੱਤਰ ਹੈ ਇਹ ਸੰਸਥਾ ਵਿਸ਼ਵ ਦੇ ਰਾਸ਼ਟਰਾਂ ਨੂੰ ਕਰਜ਼ਾ ਦਿੰਦੀ ਹੈ। ਅੱਗੇ ਸਾਡੇ ਕੋਲ ਪ੍ਰਸ਼ਨ ਹੈ ਸੰਯੁਕਤ ਰਾਸ਼ਟਰ ਸੰਘ ਵਿੱਚ ਕਿੰਨੇ ਦੇਸ਼ ਮੈਂਬਰ ਹਨ? ਸੰਯੁਕਤ ਰਾਸ਼ਟਰ ਸੰਘ ਵਿੱਚ ਕਿੰਨੇ ਦੇਸ਼ ਮੈਂਬਰ ਹਨ? ਤਾਂ 193 ਦੇਸ਼ ਅਸੀਂ ਪੜ੍ਹਿਆ ਸੀਗਾ। ਸੰਯੁਕਤ ਰਾਸ਼ਟਰ ਸੰਘ ਵਿੱਚ 193 ਦੇਸ਼ ਮੈਂਬਰ ਹਨ। ਅੱਗੇ ਹੈਗਾ ਸਾਡੇ ਕੋਲ ਦੁਨੀਆ ਭਰ ਵਿੱਚ ਪ੍ਰਚਲਿਤ ਸ਼ਾਸਨ ਪ੍ਰਣਾਲੀਆਂ ਦੇ ਨਾਂ ਦੱਸੋ। ਦੁਨੀਆ ਭਰ ਵਿੱਚ ਪ੍ਰਚਲਿਤ ਸ਼ਾਸਨ ਪ੍ਰਣਾਲੀਆਂ ਦੇ ਨਾਂ ਦੱਸੋ। ਤਾਂ ਇਹ ਹੈਗੀਆਂ ਰਾਜਤੰਤਰ, ਸੱਤਾਵਾਦੀ ਤਾਨਾਸ਼ਾਹੀ ਅਤੇ ਸੈਨਿਕ ਤਾਨਾਸ਼ਾਹੀ ਪ੍ਰਚਲਿਤ ਸ਼ਾਸਨ ਪ੍ਰਣਾਲੀਆਂ। ਇਸ ਤੋਂ ਬਾਅਦ ਜਿਹੜਾ ਸੀਗਾ ਲੋਕਤੰਤਰ ਦਾ ਉਠਾਨ ਹੋਇਆ। ਅੱਗੇ ਅਸੀਂ ਅਗਲਾ ਪ੍ਰਸ਼ਨ ਜਿਹੜਾ ਹੈਗਾ ਉਹ ਕਰਾਂਗੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੈਗੇ। ਇਸ ਦੇ ਵਿੱਚ ਸਾਡੇ ਕੋਲ ਸਰਵ ਵਿਆਪਕ ਬਾਲਗ ਮਤ ਅਧਿਕਾਰ ਤੋਂ ਕੀ ਭਾਵ ਹੈ? ਪਹਿਲਾ ਪ੍ਰਸ਼ਨ ਹੈ ਸਾਡੇ ਕੋਲ ਸਰਵ ਵਿਆਪਕ ਬਾਲਗ ਮਤ ਅਧਿਕਾਰ ਤੋਂ ਕੀ ਭਾਵ ਹੈ? ਤੇ ਇਸ ਦਾ ਉੱਤਰ ਹੈ ਕਿ ਸਰਵ ਵਿਆਪਕ ਬਾਲਗ ਮਤ ਅਧਿਕਾਰ ਤੋਂ ਭਾਵ ਇਹ ਹੈ ਕਿ ਨਿਸ਼ਚਿਤ ਕੀਤੀ ਗਈ ਉਮਰ 'ਤੇ ਪਹੁੰਚਣ 'ਤੇ ਹਰੇਕ ਇਸਤਰੀ ਜਾਂ ਪੁਰਸ਼ ਨੂੰ ਬਿਨਾਂ ਕਿਸੇ ਜਾਤੀ, ਧਰਮ, ਲਿੰਗ, ਸੰਪੱਤੀ ਅਤੇ ਨਸਲ ਆਦਿ ਦੇ ਵਿਤਕਰੇ ਤੋਂ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ। ਭਾਰਤ ਵਿੱਚ ਇਸ ਲਈ ਘੱਟ ਤੋਂ ਘੱਟ ਉਮਰ 18 ਸਾਲ ਨਿਸ਼ਚਿਤ ਕੀਤੀ ਗਈ ਹੈ। ਆਧੁਨਿਕ ਲੋਕਤੰਤਰ ਵਿੱਚ ਬਾਲਗ ਮਤ ਅਧਿਕਾਰ ਦਾ ਮਹੱਤਵ ਬਹੁਤ ਵੱਧ ਗਿਆ ਹੈ। ਤਾਂ ਸਾਡਾ ਪ੍ਰਸ਼ਨ ਸੀਗਾ ਕਿ ਸਰਵ ਵਿਆਪਕ ਬਾਲਗ ਮਤ ਅਧਿਕਾਰ ਤੋਂ ਕੀ ਭਾਵ ਹੈ? ਤਾਂ ਇਸ ਤੋਂ ਭਾਵ ਇਹ ਹੈ ਕਿ ਘੱਟੋ ਘੱਟ ਨਿਸ਼ਚਿਤ ਉਮਰ ਜਿਹੜੀ ਹੈਗੀ ਤੈਅ ਕੀਤੀ ਗਈ ਹੈ। ਭਾਰਤ ਦੇ ਵਿੱਚ 18 ਸਾਲ ਬਗੈਰ ਕਿਸੇ ਭੇਦਭਾਵ ਦੇ, ਧਰਮ 'ਤੇ, ਜਾਤੀ ਦੇ, ਲਿੰਗ 'ਤੇ, ਸੰਪੱਤੀ ਦੇ, ਨਸਲ ਦੇ ਕੋਈ ਵੀ ਵਿਅਕਤੀ ਜਿਹੜਾ ਪੁਰਸ਼ ਹੋਵੇ ਭਾਵੇਂ ਇਸਤਰੀ 18 ਸਾਲ ਦੀ ਉਮਰ ਜਿਹੜਾ ਕੰਪਲੀਟ ਕਰ ਜਾਂਦਾ ਹੈ, 18 ਸਾਲ ਦਾ ਹੋ ਜਾਂਦਾ ਤਾਂ ਉਸ ਨੂੰ ਸਰਵ ਵਿਆਪਕ ਬਾਲਗ ਮਤ ਅਧਿਕਾਰ ਜਿਹੜਾ ਹੈਗਾ ਦਿੱਤਾ ਜਾਂਦਾ ਹੈ। ਅੱਗੇ ਸੀਗਾ ਸਾਡੇ ਕੋਲ ਪ੍ਰਸ਼ਨ ਨੰਬਰ 2 ਛੋਟੇ ਉੱਤਰਾਂ ਵਾਲੇ। ਚੌਲ ਵੰਸ਼ ਦੇ ਰਾਜਿਆਂ ਨੇ ਸਥਾਨਕ ਪੱਧਰ 'ਤੇ ਲੋਕਤੰਤਰ 'ਤੇ ਨੋਟ ਲਿਖੋ। ਚੌਲ ਵੰਸ਼ ਦੇ ਰਾਜਿਆਂ ਸਮੇਂ ਸਥਾਨਕ ਪੱਧਰ ਦੇ ਲੋਕਤੰਤਰ 'ਤੇ ਨੋਟ ਲਿਖੋ। ਅਸੀਂ ਪੜ੍ਹਿਆ ਸੀਗਾ। ਇਸ ਦਾ ਉੱਤਰ ਹੈ ਕਿ ਚੌਲ ਸ਼ਾਸਨ ਪ੍ਰਬੰਧ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਉਹਨਾਂ ਦਾ ਉੱਤਮ ਸਥਾਨਕ ਪ੍ਰਬੰਧ ਸੀ। ਉਹਨਾਂ ਨੇ ਪ੍ਰਸ਼ਾਸਨ ਦੀ ਕੁਸ਼ਲਤਾ ਲਈ ਆਪਣੇ ਰਾਜ ਨੂੰ ਕਈ ਛੋਟੀਆਂ-ਛੋਟੀਆਂ ਇਕਾਈਆਂ ਵਿੱਚ ਵੰਡਿਆ ਹੋਇਆ ਸੀ।
ਚੌਲ ਸ਼ਾਸਨ ਪ੍ਰਬੰਧ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਉਹਨਾਂ ਦਾ ਉੱਤਮ ਸਥਾਨਕ ਪ੍ਰਬੰਧ ਸੀ। ਉਹਨਾਂ ਨੇ ਪ੍ਰਸ਼ਾਸਨ ਦੀ ਕੁਸ਼ਲਤਾ ਲਈ ਆਪਣੇ ਰਾਜ ਨੂੰ ਕਈ ਛੋਟੀਆਂ-ਛੋਟੀਆਂ ਇਕਾਈਆਂ ਵਿੱਚ ਵੰਡਿਆ ਹੋਇਆ ਸੀ। ਇਹਨਾਂ ਵਿੱਚ ਮੰਡਲਮ, ਵਲਨਾਡੂ, ਨਾਇਡੂ ਅਤੇ ਉਰ ਪ੍ਰਮੁੱਖ ਸਨ। ਚੌਲ ਸ਼ਾਸਕਾਂ ਨੇ ਇਹਨਾਂ ਨੂੰ ਖੁਦ ਮੁਖਤਿਆਰੀ ਦੀਆਂ ਸ਼ਕਤੀਆਂ ਦਿੱਤੀਆਂ ਹੋਈਆਂ ਸਨ। ਇਹਨਾਂ ਤੋਂ ਇਲਾਵਾ ਪਿੰਡਾਂ ਦੇ ਪ੍ਰਸ਼ਾਸਨ ਲਈ ਵਿਸ਼ੇਸ਼ ਤੌਰ 'ਤੇ ਕਈ ਕਮੇਟੀਆਂ ਜਿਵੇਂ ਕਿ ਸਫਾਈ ਕਮੇਟੀ, ਪਾਣੀ ਕਮੇਟੀ ਅਤੇ ਨਿਆਂ ਕਮੇਟੀ ਆਦਿ ਦਾ ਗਠਨ ਕੀਤਾ ਹੋਇਆ ਸੀ। ਇਸ ਨੂੰ ਵਰਿਆਮ ਪ੍ਰਣਾਲੀ ਕਿਹਾ ਜਾਂਦਾ ਸੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਉਰ ਸੀ। ਇਹ ਪਿੰਡ ਦੀ ਪ੍ਰਧਾਨ ਕਮੇਟੀ ਹੁੰਦੀ ਸੀ। ਅੱਗੇ ਅਗਲਾ ਸਾਡੇ ਕੋਲ ਪ੍ਰਸ਼ਨ ਜਿਹੜਾ ਹੈਗਾ, ਵੀਟੋ ਸ਼ਕਤੀ ਤੋਂ ਕੀ ਭਾਵ ਹੈ? ਸੰਯੁਕਤ ਰਾਸ਼ਟਰ ਸੰਘ ਵਿੱਚ ਵੀਟੋ ਸ਼ਕਤੀ ਕਿਹੜੇ-ਕਿਹੜੇ ਦੇਸ਼ਾਂ ਕੋਲ ਹੈ? ਤਾਂ ਵੀਟੋ ਸ਼ਕਤੀ ਤੋਂ ਭਾਵ ਹੈ ਕਿ ਕਿਸੇ ਫੈਸਲੇ ਨੂੰ ਰੱਦ ਕਰਨ ਦੀ ਸ਼ਕਤੀ। ਵੀਟੋ ਸ਼ਕਤੀ ਤੋਂ ਭਾਵ ਹੈ ਕਿਸੇ ਫੈਸਲੇ ਨੂੰ ਰੱਦ ਕਰਨ ਦੀ ਸ਼ਕਤੀ। ਇਹ ਸ਼ਕਤੀ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰ ਦੇਸ਼ਾਂ ਨੂੰ ਪ੍ਰਾਪਤ ਹੈ। ਇਹਨਾਂ ਦੇਸ਼ਾਂ ਦੇ ਨਾਂ ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਫਰਾਂਸ ਅਤੇ ਚੀਨ ਹਨ। ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰਾਂ ਦੇਸ਼ਾਂ ਨੂੰ ਪ੍ਰਾਪਤ ਹੈ ਵੀਟੋ ਦੀ ਸ਼ਕਤੀ, ਅਤੇ ਇਹਨਾਂ ਦੇਸ਼ਾਂ ਦੇ ਨਾਂ ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਫਰਾਂਸ ਅਤੇ ਚੀਨ ਹਨ। ਇਹਨਾਂ ਦੇਸ਼ਾਂ ਵਿੱਚੋਂ ਕੋਈ ਵੀ ਇੱਕ ਸੰਯੁਕਤ ਰਾਸ਼ਟਰ ਸੰਘ ਵੱਲੋਂ ਪਾਸ ਕਿਸੇ ਵੀ ਮਤੇ ਨੂੰ ਆਪਣੀ ਵੀਟੋ ਸ਼ਕਤੀ ਦੁਆਰਾ ਰੱਦ ਵੀ ਕਰ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਅੰਤਰਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ 'ਤੇ ਖਰੀ ਨਹੀਂ ਉਤਰਦੀ, ਇਸ ਕਥਨ ਦੀ ਵਿਆਖਿਆ ਕਰੋ। ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰਾਂ ਨੂੰ ਵੀਟੋ ਦੇ ਅਧਿਕਾਰ ਨੂੰ ਕਿਸੇ ਵੀ ਤਰ੍ਹਾਂ ਨਾਲ ਲੋਕਤੰਤਰੀ ਨਹੀਂ ਕਿਹਾ ਜਾ ਸਕਦਾ। ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਮੈਂਬਰਾਂ ਨੂੰ ਬਰਾਬਰੀ ਦਾ ਅਧਿਕਾਰ ਨਹੀਂ ਹੈ। ਇਸ ਦੇ 52% ਵੋਟ ਸ਼ਕਤੀ ਕੇਵਲ 10 ਦੇਸ਼ਾਂ ਕੋਲ ਹੀ ਹੈ, ਬਾਕੀ 178 ਦੇਸ਼ਾਂ ਦੀ ਸ਼ਕਤੀ ਬਹੁਤ ਘੱਟ ਹੈ। ਸੰਸਾਰ ਬੈਂਕ ਦਾ ਪ੍ਰਧਾਨ ਹਮੇਸ਼ਾ ਸੰਯੁਕਤ ਰਾਜ ਅਮਰੀਕਾ ਦੇ ਨਾਗਰਿਕ ਨੂੰ ਹੀ ਬਣਾਇਆ ਜਾਂਦਾ ਹੈ। ਅਮਰੀਕਾ ਦੀ ਦਾਦਾਗਿਰੀ ਅੰਤਰਰਾਸ਼ਟਰੀ ਸੰਸਥਾਵਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹ ਸੀਗਾ ਸਾਡਾ ਪ੍ਰਸ਼ਨ ਨੰਬਰ 4। ਅੱਗੇ ਅਸੀਂ ਪ੍ਰਸ਼ਨ ਨੰਬਰ 5 ਜਿਹੜਾ ਹੈਗਾ ਕਰਾਂਗੇ। ਚਿਲੀ ਦੇ ਲੋਕਤੰਤਰ ਦੇ ਇਤਿਹਾਸ 'ਤੇ ਨੋਟ ਲਿਖੋ। ਚਿਲੀ ਦੇ ਲੋਕਤੰਤਰ ਦੇ ਇਤਿਹਾਸ 'ਤੇ ਨੋਟ ਲਿਖੋ। ਅਸੀਂ ਨੋਟ ਲਿਖਣਾ ਤਾਂ ਇਸ ਦਾ ਉੱਤਰ ਮੈਂ ਬੋਲਦਾ। 1970 ਈਸਵੀ ਵਿੱਚ ਅਲੈਂਡੇ ਚਿਲੀ ਦਾ ਰਾਸ਼ਟਰਪਤੀ ਬਣਿਆ। ਉਸ ਨੇ ਲੋਕਾਂ ਦੀ ਭਲਾਈ ਦੇ ਅਨੇਕਾਂ ਕੰਮ ਕੀਤੇ। 1970 ਵਿੱਚ ਅਲੈਂਡੇ ਚਿਲੀ ਦਾ ਰਾਸ਼ਟਰਪਤੀ ਬਣਿਆ। ਉਸ ਨੇ ਲੋਕਾਂ ਦੀ ਭਲਾਈ ਦੇ ਅਨੇਕਾਂ ਕੰਮ ਕੀਤੇ। ਗਰੀਬਾਂ ਅਤੇ ਕਿਰਤੀਆਂ ਦੇ ਉਥਾਨ ਅਤੇ ਸਿੱਖਿਆ ਦੇ ਪ੍ਰਸਾਰ ਲਈ ਕਈ ਕਦਮ ਚੁੱਕੇ। ਉਸ ਦੀ ਵੱਧਦੀ ਹੋਈ ਪ੍ਰਸਿੱਧੀ ਕਾਰਨ ਅਮੀਰ, ਜਗੀਰਦਾਰ, ਚਰਚ ਅਤੇ ਕੁਝ ਪਾਰਟੀਆਂ ਉਸ ਦੇ ਵਿਰੁੱਧ ਹੋ ਗਈਆਂ। ਉਸ ਨੂੰ 11 ਸਤੰਬਰ 1973 ਈਸਵੀ ਨੂੰ ਇੱਕ ਸੈਨਿਕ ਹਮਲੇ ਦੇ ਦੌਰਾਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਕਾਰਨ ਦੇਸ਼ ਦੀ ਸੱਤਾ ਸੈਨਿਕ ਕਮਾਂਡਰ ਪਿਨੋਸ਼ ਦੇ ਹੱਥ ਆ ਗਈ। ਉਸ ਨੇ 17 ਸਾਲਾਂ ਤੱਕ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਕੰਮ ਕੀਤਾ। ਉਸ ਨੇ ਆਪਣੇ ਸ਼ਾਸਨ ਕਾਲ ਵਿੱਚ ਲੋਕਤੰਤਰ ਦਾ ਗਲਾ ਘੁੱਟ ਦਿੱਤਾ। 1988 ਈਸਵੀ ਵਿੱਚ ਇੱਕ ਜਨਮਤ ਸੰਗ੍ਰਹਿ ਕਾਰਨ ਉਸ ਦੇ ਸ਼ਾਸਨ ਦਾ ਅੰਤ ਹੋ ਗਿਆ। ਇਸ ਕਾਰਨ ਚਿਲੀ ਵਿੱਚ ਮੁੜ ਲੋਕਤੰਤਰ ਦੀ ਬਹਾਲੀ ਹੋਈ। ਅਗਲਾ ਪ੍ਰਸ਼ਨ ਹੈਗਾ ਸਾਡੇ ਕੋਲ, ਅਫਰੀਕਾ ਮਹਾਦੀਪ ਦੇ ਦੇਸ਼ ਘਾਨਾ ਨੂੰ ਆਜ਼ਾਦ ਕਰਵਾਉਣ ਵਿੱਚ ਕਿਸ ਵਿਅਕਤੀ ਨੇ ਭੂਮਿਕਾ ਨਿਭਾਈ? ਇਹਦਾ ਦੂਜਾ ਪਾਰਟ ਹੈ, ਘਾਨਾ ਦੀ ਆਜ਼ਾਦੀ ਦਾ ਅਫਰੀਕੀ ਦੇਸ਼ਾਂ ਤੇ ਕੀ ਪ੍ਰਭਾਵ ਪਿਆ, ਹੋਰ ਦੇਸ਼ਾਂ 'ਤੇ ਕੀ ਪ੍ਰਭਾਵ ਪਿਆ? ਕਵਾਮੇ ਨਕਰੂਮਾ ਦੀ ਭੂਮਿਕਾ। ਅਫਰੀਕਾ ਦੇ ਦੇਸ਼ ਘਾਨਾ ਨੂੰ ਆਜ਼ਾਦ ਕਰਵਾਉਣ ਵਿੱਚ ਕਵਾਮੇ ਨਕਰੂਮਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਅਫਰੀਕਾ ਦਾ ਪਹਿਲਾ ਦੇਸ਼ ਸੀ ਜੋ ਕਿ 1957 ਈਸਵੀ ਵਿੱਚ ਅੰਗਰੇਜ਼ਾਂ ਤੋਂ ਸੁਤੰਤਰ ਹੋਇਆ ਸੀ। ਕਵਾਮੇ ਨਕਰੂਮਾ 1957 ਈਸਵੀ ਤੋਂ 1960 ਈਸਵੀ ਤੱਕ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਰਿਹਾ। ਉਹ 1960 ਈਸਵੀ ਤੋਂ 1966 ਈਸਵੀ ਤੱਕ ਘਾਨਾ ਦਾ ਰਾਸ਼ਟਰਪਤੀ ਬਣਿਆ। ਉਸ ਨੇ ਘਾਨਾ ਵਿੱਚ ਕਈ ਆਰਥਿਕ ਸੁਧਾਰਾਂ ਨੂੰ ਲਾਗੂ ਕੀਤਾ। ਸਿੱਟੇ ਵਜੋਂ ਘਾਨਾ ਇੱਕ ਖੁਸ਼ਹਾਲ ਦੇਸ਼ ਬਣਿਆ। ਅਫਰੀਕਾ ਦੇ ਦੇਸ਼ਾਂ 'ਤੇ ਜਿਹੜੇ ਪ੍ਰਭਾਵ ਪਏ, ਅਫਰੀਕਾ ਦੇ ਹੋਰ ਦੇਸ਼ ਘਾਨਾ ਦੀ ਸਫਲਤਾ ਤੋਂ ਬਹੁਤ ਪ੍ਰੇਰਿਤ ਹੋਏ। ਸਿੱਟੇ ਵਜੋਂ ਇਹਨਾਂ ਦੇਸ਼ਾਂ ਨੇ ਆਜ਼ਾਦੀ ਲਈ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ। ਅਗਲਾ ਸਾਡੇ ਕੋਲ ਪ੍ਰਸ਼ਨ ਹੈ, ਚੌਲ ਵੰਸ਼ ਦੇ ਰਾਜਿਆਂ ਸਮੇਂ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਚੋਣ ਕਰਨ ਲਈ ਅਪਣਾਏ ਗਏ ਚੋਣ ਢੰਗ ਦੀ ਵਿਆਖਿਆ ਕਰੋ। ਤਾਂ ਚੌਲ ਵੰਸ਼ ਦੇ ਰਾਜੇ ਦੁਆਰਾ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਚੋਣ ਕਰਨ ਲਈ 30 ਮੈਂਬਰ ਦੀ ਕਮੇਟੀ ਬਣਾਈ ਗਈ ਸੀ। ਇਹਨਾਂ ਦੀ ਚੋਣ ਜਿਹੜੀ ਹੈਗੀ ਲੋਕਤੰਤਰੀ ਆਧਾਰ 'ਤੇ ਕੀਤੀ ਜਾਂਦੀ ਸੀ।
ਉਹਨੂੰ 30 ਵਾਰਡਾਂ ਵਿੱਚ ਵੰਡਿਆ ਜਾਂਦਾ ਸੀ। ਹਰੇਕ ਵਾਰਡ ਵਿੱਚ ਇੱਕ ਮੈਂਬਰ ਦੀ ਚੋਣ ਕੀਤੀ ਜਾਂਦੀ ਸੀ। ਹਰੇਕ ਵਾਰਡ ਵਿੱਚ ਇੱਕ ਤੋਂ ਵੱਧ ਨਾਵਾਂ ਦੀ ਸਿਫਾਰਿਸ਼ ਕੀਤੀ ਜਾਂਦੀ ਸੀ। ਇਹਨਾਂ ਉਮੀਦਵਾਰਾਂ ਦੇ ਨਾਵਾਂ ਨੂੰ ਖਜੂਰ ਦੇ ਪੱਤਿਆਂ 'ਤੇ ਲਿਖ ਕੇ ਇੱਕ ਡੱਬੇ ਵਿੱਚ ਪਾ ਦਿੱਤਾ ਜਾਂਦਾ ਸੀ। ਇਹਨਾਂ ਨਾਵਾਂ ਨੂੰ ਇੱਕ ਬੱਚੇ ਦੁਆਰਾ ਡੱਬੇ ਵਿੱਚੋਂ ਬਾਹਰ ਕੱਢਿਆ ਜਾਂਦਾ ਸੀ। ਜਿਸ ਵਿਅਕਤੀ ਦਾ ਨਾਂ ਨਿਕਲ ਆਉਂਦਾ ਸੀ ਉਸ ਨੂੰ ਮੈਂਬਰ ਮੰਨ ਲਿਆ ਜਾਂਦਾ ਸੀ। ਅੱਗੇ ਸਾਡੇ ਕੋਲ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਆ ਗਏ। ਅੰਤਰਰਾਸ਼ਟਰੀ ਮੁਦਰਾ ਕੋਸ਼ 'ਤੇ ਨੋਟ ਲਿਖੋ। ਤਾਂ ਇਸ ਦਾ ਉੱਤਰ ਅਸੀਂ ਇੱਥੇ ਡਿਸਕਸ ਕਰਾਂਗੇ ਕਿ ਅੰਤਰਰਾਸ਼ਟਰੀ ਮੁਦਰਾ ਕੋਸ਼ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਇੰਟਰਨੈਸ਼ਨਲ ਮੋਨੀਟਰੀ ਫੰਡ ਜਿਹੜਾ ਹੈਗਾ IMF ਕਿਹਾ ਜਾਂਦਾ ਹੈ। ਇਸ ਦਾ ਪ੍ਰਮੁੱਖ ਜਿਹੜਾ ਹੈਗਾ ਉਹ ਦਫ਼ਤਰ ਵਾਸ਼ਿੰਗਟਨ ਵਿੱਚ ਹੈ। ਇਸ ਦੇ 188 ਦੇਸ਼ ਮੈਂਬਰ ਨੇ। ਇਸ ਦੀ ਸਥਾਪਨਾ 1945 ਈਸਵੀ ਵਿੱਚ ਕੀਤੀ ਗਈ। ਇਹ ਸੰਸਥਾ ਦੁਨੀਆ ਭਰ ਦੇ ਦੇਸ਼ਾਂ ਦੇ ਜਿਹੜਾ ਹੈਗਾ ਉਹਨੂੰ ਕਰਜ਼ੇ ਦੇਣ ਦਾ ਕੰਮ ਕਰਦੀ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਆਪਣੇ ਮੈਂਬਰ ਦੇਸ਼ਾਂ ਦੀ ਆਰਥਿਕ ਵਿਵਸਥਾ ਨੂੰ ਮਜ਼ਬੂਤ ਬਣਾਉਣਾ, ਉਹਨਾਂ ਦੀਆਂ ਸੁੱਖ ਸੁਵਿਧਾਵਾਂ ਅਤੇ ਵਪਾਰ ਨੂੰ ਸਹੀ ਢੰਗ ਨਾਲ ਚਲਾਉਣਾ ਹੈ। ਇਹ ਸੰਸਥਾ ਅੰਤਰਰਾਸ਼ਟਰੀ ਪੱਧਰ 'ਤੇ ਆਰਥਿਕ ਸਥਿਰਤਾ ਲਿਆਉਣ ਵਿੱਚ ਸਹਾਇਕ ਹੁੰਦੀ ਹੈ। ਇਹ ਹੋਰਨਾਂ ਦੇਸ਼ਾਂ ਦੇ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਸਲਾਹ ਦੇਣ ਦੇ ਨਾਲ ਨਾਲ ਪੈਸਿਆਂ ਸੰਬੰਧੀ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਉਹਨਾਂ ਦੇਸ਼ਾਂ ਤੋਂ ਗਰੀਬੀ ਦੂਰ ਕੀਤੇ ਜਾ ਸਕੇ, ਤਾਂ ਕਿ ਉਹਨਾਂ ਦੇਸ਼ਾਂ ਤੋਂ ਗਰੀਬੀ ਦੂਰ ਕੀਤੀ ਜਾ ਸਕੇ। ਇਸ ਸੰਸਥਾ ਨੇ ਦੂਜੇ ਮਹਾਂਯੁੱਧ ਦੇ ਕਾਰਨ ਸੰਬੰਧਿਤ ਦੇਸ਼ਾਂ ਵਿੱਚ ਆਈ ਆਰਥਿਕ ਮੰਦਹਾਲੀ ਸਮੇਂ ਵੀ ਉਹਨਾਂ ਦੀ ਆਰਥਿਕ ਪੱਧਰ 'ਤੇ ਸਹਾਇਤਾ ਅਤੇ ਸ਼ਲਾਘਾਯੋਗ ਯਤਨ ਕੀਤੇ ਸੀ। ਤਾਂ IMF ਜਿਹੜੀ ਹੈਗੀ ਅੰਤਰਰਾਸ਼ਟਰੀ ਮੁਦਰਾ ਕੋਸ਼ ਇੰਟਰਨੈਸ਼ਨਲ ਮੋਨੀਟਰੀ ਫੰਡ ਜਿਹੜਾ ਹੈਗਾ ਇੰਟਰਨੈਸ਼ਨਲ ਪੱਧਰ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਉਹਨਾਂ ਦੇਸ਼ਾਂ ਦੀ ਸਹਾਇਤਾ ਕਰਦੀ ਹੈ ਅਤੇ ਇਕਨੋਮਿਕ ਜਿਹੜੀ ਹੈਗੀ ਸਟੇਬਿਲਿਟੀ ਲਿਆਉਣ ਦੇ ਵਿੱਚ ਦੇਸ਼ਾਂ ਨੂੰ ਹੈਲਪ ਕਰਦੀ ਹੈ। ਉਹਨਾਂ ਨੂੰ ਮੋਨੀਟਰੀ ਪੈਸੇ ਦੇ ਆਧਾਰ 'ਤੇ ਕਰਜ਼ੇ ਦਿੰਦੀ ਹੈ। ਅੱਗੇ ਸੰਯੁਕਤ ਰਾਸ਼ਟਰ ਸੰਘ 'ਤੇ ਨੋਟ ਜਿਹੜਾ ਹੈਗਾ ਆ ਗਿਆ ਪ੍ਰਸ਼ਨ ਹੈ। ਸੰਯੁਕਤ ਰਾਸ਼ਟਰ ਸੰਘ 'ਤੇ ਨੋਟ ਲਿਖੋ। ਤਾਂ ਇਹਦੀ ਸਥਾਪਨਾ ਜਿਹੜੀ ਹੈਗੀ ਸੰਯੁਕਤ ਰਾਸ਼ਟਰ ਦੀ ਸਥਾਪਨਾ 24 ਅਕਤੂਬਰ ਜਿਹੜੀ ਹੈਗੀ ਹੋਈ ਸੀ 1945 ਨੂੰ, ਅਤੇ ਇਸ ਦਾ ਹੈੱਡਕੁਆਟਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਨੂੰ ਬਣਾਇਆ ਗਿਆ ਸੀ। ਇਸ ਦੇ ਜਿਹੜੇ 193 ਮੈਂਬਰ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਸਮੇਂ 51 ਦੇਸ਼ ਇਸ ਦੇ ਮੈਂਬਰ ਸਨ। ਭਾਰਤ ਵੀ ਇਹਨਾਂ ਵਿੱਚੋਂ ਇੱਕ ਸੀ। ਅੱਜ ਕੱਲ੍ਹ 193 ਦੇਸ਼ ਮੈਂਬਰ ਨੇ। ਇਹਦਾ ਉਦੇਸ਼ ਸੀਗਾ ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਉਦੇਸ਼ ਇਹ ਨੇ ਕਿ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਏ ਰੱਖਣਾ, ਵਿਭਿੰਨ ਦੇਸ਼ਾਂ ਵਿਚਾਲੇ ਮਹੱਤਵਪੂਰਨ ਸੰਬੰਧ ਸਥਾਪਿਤ ਕਰਨਾ, ਆਪਸੀ ਸਹਿਯੋਗ ਦੁਆਰਾ ਅੰਤਰਰਾਸ਼ਟਰੀ ਮਸਲਿਆਂ ਨੂੰ ਹੱਲ ਕਰਨਾ, ਅੰਤਰਰਾਸ਼ਟਰੀ ਆਰਥਿਕ, ਸਮਾਜਿਕ ਅਤੇ ਸੰਸਕ੍ਰਿਤਿਕ ਸਮੱਸਿਆਵਾਂ ਨੂੰ ਆਪਣੇ ਆਪਸੀ ਸਹਿਯੋਗ ਦੁਆਰਾ ਹੱਲ ਕਰਨਾ। ਅਤੇ ਇਹਦੇ ਪ੍ਰਿੰਸੀਪਲ ਹੈਗੇ ਸੰਯੁਕਤ ਰਾਸ਼ਟਰ ਸੰਘ ਦੇ ਮੁੱਖ ਸਿਧਾਂਤ ਹਨ। ਸਾਰੇ ਮੈਂਬਰ ਦੇਸ਼ ਇਸ ਦੇ ਦੂਸਰੇ ਦੀ ਪ੍ਰਭੂਸੱਤਾ ਦਾ ਸਨਮਾਨ ਕਰਦੇ ਨੇ। ਸਾਰੇ ਦੇਸ਼ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਦਾ ਪਾਲਣ ਕਰਨਗੇ। ਸਾਰੇ ਦੇਸ਼ ਆਪਣੇ ਝਗੜਿਆਂ ਦਾ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨਗੇ। ਸਾਰੇ ਦੇਸ਼ ਅੰਤਰਰਾਸ਼ਟਰੀ ਸ਼ਾਂਤੀ ਬਣਾਏ ਰੱਖਣਗੇ। ਤਾਂ ਇਸ ਤੋਂ ਬਾਅਦ ਸਾਡੇ ਕੋਲ ਹੈਗਾ ਪ੍ਰਸ਼ਨ, ਯੂਨਾਨ ਦੇ ਅਤੇ ਰੋਮ ਵਿੱਚ ਪ੍ਰਾਚੀਨ ਕਾਲ ਵਿੱਚ ਲੋਕਤੰਤਰ ਦੇ ਵਿਕਾਸ ਦਾ ਸੰਖੇਪ ਵਰਣਨ ਹੈ। ਤਾਂ ਅਸੀਂ ਪੜ੍ਹਿਆ ਸੀਗਾ ਕਿ ਪ੍ਰਾਚੀਨ ਕਾਲ ਵਿੱਚ ਯੂਨਾਨ ਅਤੇ ਰੋਮ ਵਿੱਚ ਸੀਮਤ ਲੋਕਤੰਤਰ ਪ੍ਰਚਲਿਤ ਸੀ। ਇਸ ਦਾ ਸੰਖੇਪ ਵੇਰਵਾ ਅਸੀਂ ਇਸ ਤਰ੍ਹਾਂ ਦੇਵਾਂਗੇ ਕਿ ਪ੍ਰਾਚੀਨ ਕਾਲ ਵਿੱਚ ਯੂਨਾਨ ਵਿੱਚ ਪ੍ਰਤੱਖ ਲੋਕਤੰਤਰ ਪ੍ਰਚਲਿਤ ਸੀ। ਇੱਕ ਛੋਟਾ ਜਿਹਾ ਗਣਰਾਜ ਸੀ। ਇਸ ਕਾਰਨ ਇਸ ਦੀ ਵਸੋਂ ਬਹੁਤ ਘੱਟ ਸੀ। ਇਸ ਕਾਰਨ ਇਸ ਗਣਰਾਜ ਦੇ ਲੋਕ ਸਿੱਧੇ ਪ੍ਰਸ਼ਾਸਨਿਕ ਕਾਰਜਾਂ ਵਿੱਚ ਹਿੱਸਾ ਲੈਂਦੇ ਸਨ। ਆਪਣੇ ਰਾਜ ਦੀਆਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਦਾ ਹੱਲ ਕਰਨ ਲਈ ਹਰੇਕ ਨਾਗਰਿਕ ਕਾਨੂੰਨ ਬਣਾਉਣ, ਜਨਤਕ ਨੀਤੀਆਂ ਬਾਰੇ ਫੈਸਲਾ ਕਰਨ ਅਤੇ ਸਾਲਾਨਾ ਬਜਟ ਪਾਸ ਕਰਨ ਵਿੱਚ ਸਿੱਧੇ ਤੌਰ 'ਤੇ ਆਪ ਹਿੱਸਾ ਲੈਂਦੇ ਸਨ। ਭਾਵੇਂ ਬਾਹਰੋਂ ਵੇਖਣ ਨੂੰ ਇਹ ਇੱਕ ਸਫਲ ਲੋਕਤੰਤਰ ਸੀ, ਪਰ ਅੰਦਰੋਂ ਤਸਵੀਰ ਕੁਝ ਹੋਰ ਸੀ। ਇਸ ਦਾ ਕਾਰਨ ਇਹ ਸੀ ਕਿ ਯੂਨਾਨ ਦੀ ਵਸੋਂ ਦਾ ਇੱਕ ਬਹੁਤ ਵੱਡਾ ਭਾਗ ਦਾਸ ਵਰਗ ਨਾਲ ਸੰਬੰਧਿਤ ਰੱਖਦਾ ਸੀ। ਤਾਂ ਇਹਨਾਂ ਜਿਹੜੇ ਦਾਸ ਸੀਗੇ, ਜਿਹੜੇ ਗੁਲਾਮ ਸੀ, ਇਹਨਾਂ ਦੇ ਪ੍ਰਸ਼ਾਸਨ ਵਿੱਚ ਹਿੱਸਾ ਲੈਣ ਦੇ ਪਾਬੰਦੀ ਲਗਾਈ ਗਈ ਸੀ। ਅੱਗੇ ਰੋਮ ਦੀ ਗੱਲ ਕਰਦੇ ਹਾਂ ਤਾਂ ਰੋਮ ਵਿੱਚ ਵੀ ਪ੍ਰਾਚੀਨ ਕਾਲ ਤੋਂ ਹੀ ਲੋਕਤੰਤਰ ਪ੍ਰਚਲਿਤ ਸੀ। ਰੋਮ ਵਿੱਚ ਗਣਤੰਤਰ ਦੀ ਸਥਾਪਨਾ 509 ਈਸਵੀ ਪੂਰਵ ਹੋਈ ਸੀ ਅਤੇ ਇਹ 27 ਈਸਵੀ ਪੂਰਵ ਤੱਕ ਚੱਲੀ। ਇਸ ਕਾਲ ਦੇ ਦੌਰਾਨ ਲੋਕ ਸਿੱਧੇ ਤੌਰ 'ਤੇ ਪ੍ਰਸ਼ਾਸਨ ਵਿੱਚ ਹਿੱਸਾ ਲੈਂਦੇ ਸਨ ਅਤੇ ਆਪਣੇ ਰਾਜ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਲਈ ਨੀਤੀਆਂ ਬਣਾਉਂਦੇ ਸਨ। ਪਰ ਯੂਨਾਨ ਵਾਂਗ ਰੋਮ ਦਾ ਲੋਕਤੰਤਰ ਵੀ ਸੀਮਤ ਸੀ। ਇੱਥੇ ਦਾਸਾਂ ਨੂੰ, ਔਰਤਾਂ ਨੂੰ ਅਤੇ ਵਿਦੇਸ਼ੀਆਂ ਨੂੰ ਪ੍ਰਸ਼ਾਸਨ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਸੀ। ਕੇਵਲ ਸੀਮਤ ਬਾਲਗ ਪੁਰਸ਼ ਜਿਹੜੇ ਸੀਗੇ ਉਹ ਇਸ ਪ੍ਰਸ਼ਾਸਨ ਵਿੱਚ ਹਿੱਸਾ ਲੈਂਦੇ ਸਨ। ਤਾਂ ਇਹ ਸਾਡੇ ਅੱਜ ਦਾ ਅਭਿਆਸ ਸੀਗਾ, ਪ੍ਰਸ਼ਨ ਉੱਤਰ ਸੀਗੇ। ਧੰਨਵਾਦ।